ਤੁਸੀਂ ਜਦੋਂ ਕਿਸੇ ਵੱਡੀ ਪੈਗੰਬਰੀ ਸ਼ਖਸੀਅਤ ਨੂੰ ਵੇਖਣਾ, ਵਾਚਣਾ ਜਾਂ ਸਮਝਣਾ ਚਾਹੋ ਤੇ ਐਵੇਂ ਦੀ ਗੱਲ ਹੈ ਵੀ ਜਿਵੇਂ ਤੁਸੀਂ ਬਿਜਲੀ ਦੀ ਤਾਰ ਨੂੰ ਨਾ ਹੱਥ ਪਾ ਲਵੋ ਜੀ, ਵੀ ਉੱਥੇ ਬੰਦਾ ਜਿਹੜਾ ਨਾ ਉਹ ਭਸਮ ਤੇ ਹੋ ਸਕਦਾ ਹੈ ਪਰ ਸਫਲ ਨਹੀਂ ਹੁੰਦਾ ਹੈ ਨਾ। ਤੋ ਉਹਦਾ ਕਾਰਨ ਉਹ ਫਿਰ ਦਿੰਦੇ ਨੇ, ਕਹਿੰਦੇ ਨੇ ਵੀ ਉਹ ਜਿਹੜੇ ਪੁਰਸ਼ੋਤਮ ਗੁਰੂ ਅਵਤਾਰ ਆਪਣੇ ਦਿਵ ਜਲਵੇ ਜਲਾਲ ਦੇ ਰੂਪ ਵਿੱਚ ਅਮਿਤ, ਅਥਾ, ਅਗੋਚਰ, ਮਨ ਬੁੱਧੀ ਦੀ ਪਹੁੰਚ ਤੋਂ ਵਿਮੁਕਤ ਪਰਮ ਈਸ਼ਵਰ ਸੱਤਾ ਨਾਲ ਅਭੇਦ ਹੁੰਦੇ ਹਨ ਅਤੇ ਉਹਨਾਂ ਦੇ ਦਰਸ਼ਨ ਸਿਧਾਂਤ ਦਾ ਵਰਣਨ ਅਸੰਭਵ ਹੈ। ਭਾਈ ਨੰਦ ਲਾਲ ਜੀ ਨੇ ਇੱਕ ਵਾਰੀ ਮਹਾਰਾਜ ਜੀ ਨੂੰ ਕਹਿੰਦੇ ਨੇ ਵੀ ਸੱਚੇ ਪਾਤਸ਼ਾਹ ਵੀ ਜੇ ਤੁਸੀਂ ਇੱਕ ਕਿਰਪਾ ਦ੍ਰਿਸ਼ਟੀ ਮੇਰੇ ਵੱਲ ਕਰ ਦਿਓ ਨਾ, ਵੀ ਉਸ ਨਜ਼ਰ ਨਾਲ ਵੇਖ ਲਓ ਤੇ ਮੈਂ ਆਪਣੀ ਜਾਨ ਕੁਰਬਾਨ ਕਰ ਸਕਦਾ ਤੁਹਾਡੇ ਤੋਂ, ਹੈ ਨਾ, ਮੈਂ ਜਾਨ ਕੁਰਬਾਨ ਕਰ ਦਿਆਂ। ਤੋ ਉਹਨਾਂ ਦਾ ਆਪਣਾ ਹੀ ਜਵਾਬ ਹੈ। ਫਿਰ ਉਹ ਲਿਖਦੇ ਨੇ ਵੀ ਮਹਾਰਾਜ ਅੱਗੋਂ ਜਵਾਬ ਦਿੰਦੇ ਨੇ ਵੀ ਜਿਹੜਾ ਇਸ਼ਕ ਹੈ ਨਾ, ਇਹਦੇ 'ਚ ਸੌਦੇਬਾਜ਼ੀ ਨਹੀਂ ਹੁੰਦੀ ਨੰਦ ਲਾਲ, ਹੈ ਨਾ ਜੀ, ਵੀ ਪਿਆਰ ਦੇ ਵਿੱਚ ਸੌਦੇਬਾਜ਼ੀਆਂ ਨਹੀਂ ਹੁੰਦੀਆਂ ਵੀ ਤੂੰ ਮੈਨੂੰ ਆਹ ਦੇਂਗਾ ਤੇ ਮੈਂ ਤੈਨੂੰ ਆਹ ਦੇ ਦਿਆਂਗਾ। ਔਰ ਦੂਸਰੇ ਪਾਸੇ ਜਦੋਂ ਤੁਸੀਂ ਉਹਨਾਂ ਨੂੰ ਕਿਤੇ ਮੈਦਾਨੇ ਜੰਗ 'ਚ ਵੇਖੋਗੇ, ਉਹਨਾਂ ਦੇ ਜਲਾਲੀ ਸਰੂਪ ਸਾਹਮਣੇ ਕੋਈ ਦੁਨੀਆ ਦੀ ਤਾਕਤ ਖੜ ਨਹੀਂ ਸਕਦੀ। ਚਮਕੌਰ ਦੀ ਗੜੀ ਦੇ ਵਿੱਚੋਂ ਮਹਾਰਾਜ ਇੱਕ ਤੀਰ ਛੱਡਦੇ ਨੇ ਜੀ ਦੁਸ਼ਮਣ ਦੀ ਫੌਜ ਦੇ ਉੱਤੇ, ਤੇ ਉਹ ਨਾ ਜਦੋਂ ਜਾਂਦਾ ਹੈ ਪੂਰੀ ਥਰਰਾ ਜਾਂਦੀ ਹੈ ਸਾਰੀ ਸੈਨਾ। ਤੋ ਭਾਈ ਦਇਆ ਸਿੰਘ ਜੀ, ਉਹ ਇੱਕ ਇਨਸੀਡੈਂਟ ਹੈ ਇਤਿਹਾਸਿਕ। ਭਾਈ ਦਇਆ ਸਿੰਘ ਜੀ ਕਹਿੰਦੇ ਨੇ ਮਹਾਰਾਜ ਕੋ 5-10 ਛੱਡ ਦਿਓ ਤੇ ਵਿਹਲਾ ਹੋ ਜਾਏ ਕੰਮ, ਹੈ ਨਾ, ਵੀ ਦੁਸ਼ਮਣ ਫਿਰ ਪਿਛਾਂ ਹਟ ਜਾਏ, ਵੀ ਉਹਦੇ ਤੋਂ ਖਲਾਸੀ ਹੋ ਜਾਏ। ਔਰ ਫਿਰ ਉਸ ਗੱਲ ਨੂੰ ਜੋਗੀ ਜੀ ਨੇ, ਹਕੀਮ ਅੱਲਾ ਯਾਰ ਖਾਂ ਜੋਗੀ ਜੀ ਨੇ ਨੋਟ ਕੀਤਾ, ਉਹ ਜਿਵੇਂ ਸਾਡੇ ਇਤਿਹਾਸ 'ਚ ਆਉਂਦਾ। ਉਹ ਕਹਿੰਦੇ ਨੇ ਵੀ ਮਹਾਰਾਜ ਕਹਿੰਦੇ ਨੇ, ਫਿਰ ਜਵਾਬ ਦਿੰਦੇ ਨੇ, ਆਗਿਆ ਹੀ ਨਹੀਂ ਹੈ ਹਮੇ ਰਨ ਕੀ ਵਰਨਾ ਮਿੱਟੀ ਤੱਕ ਉਡਾ ਸਕਤੇ ਹੈ ਦੁਸ਼ਮਣ ਕੀ ਚਮਨ ਕੀ। ਪਰ ਉਹ ਸਾਖੀ ਜਿਹੜਾ ਇਤਿਹਾਸ ਦੇ ਵਿੱਚ ਆਉਂਦੀ ਹੈ ਵੀ ਮਹਾਰਾਜ ਜੀ ਨੂੰ ਕਿਸੇ ਨੇ 2 ਕੰਗਣ ਭੇਟ ਕੀਤੇ ਜੀ। ਤਾਂ ਸੱਚੇ ਪਾਤਸ਼ਾਹ ਖੇਡਦੇ ਖੇਡਦੇ ਉਹਨਾਂ ਨੇ ਨਦੀ ਦੇ ਵਿੱਚ ਇੱਕ ਸੱਟ ਮਾਰਿਆ। ਮਹਾਰਾਜ ਜੀ ਨੂੰ ਨਾਲ ਲੈ ਕੇ ਗਏ, ਉੱਥੇ ਜਾ ਕੇ ਵੀ ਕਿੱਥੇ ਸੱਟਿਆ, ਹੈ ਨਾ। ਉਹਨਾਂ ਨੇ ਦੂਜਾ ਵੀ ਲਾਇਆ ਤੇ ਉੱਥੇ ਵਗਾ ਮਾਰਿਆ ਜੀ, ਆਂਦੇ ਜੀ ਉੱਥੇ ਸੱਟਿਆ, ਹੈ ਨਾ। ਮਹਾਰਾਜ ਜੀ ਦੇ ਬਾਬਤ ਉਹ ਜਦੋਂ ਲਿਖਦੇ ਨੇ, ਉਹ ਕਹਿੰਦੇ ਨੇ ਵੀ ਗੁਰੂ ਮਹਾਰਾਜ ਜੀ ਦਾ ਪਹਿਲਾਂ ਹੀ ਸੰਸਾਰ ਆਉਣ ਤੋਂ ਪਹਿਲਾਂ ਹੀ ਜਿਹੜੀ ਆਤਮਾਵਾਂ ਜਾਂ ਜਿਹੜੀਆਂ ਹਸਤੀਆਂ ਪਰਮੇਸ਼ਵਰੀ ਪ੍ਰੇਮ ਦੇ ਵਿੱਚ ਬਹੁਤ ਲਬਰੇਜ਼ ਹੁੰਦੀਆਂ ਨੇ, ਮੰਨ ਲਓ ਡੁੱਬੀਆਂ, ਤੁਸੀਂ ਸਮਝੋ ਵੀ ਅਭੇਦ ਨੇ ਉਹਦੇ ਵਿੱਚ, ਉਹ ਵਾਕਿਆ ਹੀ ਮਾਇਆਵੀ ਸੰਸਾਰ 'ਚ ਆਉਣਾ ਵੀ ਨਹੀਂ ਚਾਹੁੰਦੇ ਹੁੰਦੇ। ਜਦੋਂ ਪਰਮਾਤਮਾ ਹੁਕਮ ਕਰਦਾ ਫਿਰ ਉਹ ਧਰਤੀ 'ਤੇ ਆਉਂਦੇ ਨੇ। ਧਰਤੀ ਦਾ ਦੁੱਖ ਵੇਖ ਕੇ ਫਿਰ ਉਹਨਾਂ ਦੇ ਅੰਦਰ ਉਸ ਸਾਰੇ ਨੂੰ ਦੂਰ ਕਰਨ ਦਾ ਭਾਵ ਹੁੰਦਾ ਹੈ ਜੀ, ਔਰ ਉਹ ਕਰਦੇ ਵੀ ਨੇ। ਦਸਮ ਪਾਤਸ਼ਾਹ ਜੀ ਦੇ ਸੰਬੰਧ 'ਚ ਜਿਹੜੇ ਸਿੱਖ ਵਿਦਵਾਨ ਨੇ, ਉਹਨਾਂ ਦਾ ਇਹ ਕਥਨ ਆ ਵੀ ਉਹ ਪਰਮੇਸ਼ਵਰ ਦੇ ਲਾਸਟ ਪੈਗੰਬਰ ਨੇ ਇਸ ਧਰਤੀ ਦੇ ਉੱਤੇ ਜੀ, ਜਿਨ੍ਹਾਂ ਨੂੰ ਦੇਹ ਰੂਪ ਦੇ ਵਿੱਚ ਪਰਮਾਤਮਾ ਨੇ ਇੱਥੇ ਭੇਜਿਆ। ਉਸ ਤੋਂ ਬਾਅਦ ਉਹਨਾਂ ਨੇ ਇਹਨਾਂ ਦੇ ਜ਼ਰੀਏ, ਕਿਉਂਕਿ ਮਹਾਰਾਜ ਆਪ ਹੀ ਕਹਿੰਦੇ ਨੇ ਵੀ ਜੋ ਰੱਬ ਮੈਨੂੰ ਹੁਕਮ ਕਰਦਾ ਮੈਂ ਉਹੀ ਕਹਿ ਰਿਹਾ, ਉਹੀ ਕਰ ਰਿਹਾ, ਉਹਨਾਂ ਦੇ ਜ਼ਰੀਏ ਉਹਨਾਂ ਨੇ ਸ਼ਬਦ ਨੂੰ ਧਰਤੀ ਦੀ ਸਰਪ੍ਰਸਤੀ ਦਿੱਤੀ। ਜਦੋਂ ਧਰਤੀ ਦੇ ਉੱਤੇ ਏਡੀ ਵੱਡੀ ਸ਼ਖਸੀਅਤ ਸ਼ਮਸ਼ੀਰ ਚੁੱਕੇ ਨਾ ਜੀ, ਉਦੋਂ ਫਿਰ ਦੁਸ਼ਟਾਂ ਦਾ ਸੰਘਾਰ ਹੁੰਦਾ। ਕਿਸੇ ਵੀ ਯੁੱਗ ਦਾ ਫਿਲਾਸਫਰ ਉਹਨਾਂ ਦਾ ਪਾਣੀ ਤੇ ਭਰ ਸਕਦਾ ਹੈ, ਬਰਾਬਰ ਕਿਤੇ ਨਹੀਂ ਬਹਿ ਸਕਦਾ, ਹੈ ਨਾ, ਵੀ ਉਹਦੇ 'ਚ ਉਨੀ ਕੋਈ ਸਮਰੱਥਾ ਨਹੀਂ। ਮੈਂ ਇਹਦੇ 'ਚ ਐਵੇਂ ਵੇਖਦਾ ਹੁੰਦਾ ਵੀ ਸੰਸਕ੍ਰਿਤ ਦੇ ਸਭ ਤੋਂ ਚੋਟੀ ਦੇ ਵਿਦਵਾਨ ਨੇ ਭਾਈ ਨੰਦ ਲਾਲ ਜੀ ਆਪਣੇ ਸਮੇਂ ਦੇ ਵਿੱਚ ਜੀ, ਔਰ ਰਾਜਸੀ ਸਿਸਟਮ ਦੇ ਵਿੱਚੋਂ ਆਏ ਨੇ ਜੀ। ਉਹ ਕੋਈ ਸ਼ਖਸੀਅਤ ਛੋਟੀ ਜੀ ਨਹੀਂ ਹੈਗੇ, ਬਿਲਕੁਲ ਠੀਕ। ਗੁਰੂ ਮਹਾਰਾਜ ਜੀ ਦੀ ਸ਼ਰਨ 'ਚ ਆ ਕੇ ਮਹਾਰਾਜ ਜੀ ਦੇ ਮਤਲਬ ਜਿੱਥੇ ਲੰਗਰ ਚੱਲਦਾ ਨਾ, ਭਾਂਡੇ ਮਾਂਜਦੇ, ਉਹਦੇ 'ਚ ਮੈਂ ਕਿਸੇ ਪੈਗੰਬਰ ਨੂੰ ਕਦੀ ਨਹੀਂ ਵੇਖਿਆ ਵੀ ਉਹਨੇ ਆਪਣੇ ਸਿੱਖ ਸੇਵਕਾਂ ਦੇ ਪੈਰਾਂ ਤੇ ਆਪਣਾ ਸੀਸ ਰੱਖ ਦਿੱਤਾ। ਬਿਲਕੁਲ ਠੀਕ ਹੈ, ਇਹ ਕਿਤੇ ਨਹੀਂ ਵੇਖਣ ਨੂੰ ਮਿਲੇਗਾ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਖਸੀਅਤ ਐਡੀ ਵੱਡੀ ਹੈ ਜੀ, ਜਦੋਂ ਤੁਸੀਂ ਉਹਨਾਂ ਨੂੰ ਕਿਸੇ ਐਂਗਲ ਤੋਂ ਜਦੋਂ ਤੁਸੀਂ ਤੱਕੋਗੇ, ਤੁਹਾਡਾ ਸਰੀਰ ਜਿਹੜਾ ਨਾ, ਜਾਂ ਤੁਹਾਡਾ ਸਿਰ ਜਿਹੜਾ ਨਾ ਜੀ, ਉਹਨਾਂ ਦੇ ਚਰਨਾਂ 'ਚ ਆਪਣੇ ਆਪ ਚਲਾ ਜਾਂਦਾ। ਸਿੱਖਾਂ ਨੂੰ ਉਹਨਾਂ ਦੇ ਮੱਥੇ ਵੀ ਚੁੰਮੇ, ਤੇ ਜਦੋਂ ਉਹਨਾਂ ਦੇ ਪੈਰਾਂ ਵੱਲ ਆਏ ਫਿਰ ਉਹਨਾਂ ਨੇ ਉਹਨਾਂ ਦੇ ਪੈਰ ਵੀ ਚੁੰਮੇ। ਤਾਂ ਹੀ ਉਹਨਾਂ ਦੇ ਬਾਰੇ ਲਿਖਿਆ ਗਿਆ ਨਾ ਵੀ ਜੇ ਕਿਸੇ ਨੇ ਭਾਈ ਹਿੰਦ ਦੇ ਵਿੱਚ ਕਿਸੇ ਸਰਜਮੀਂ ਤੇ ਜਾ ਕੇ ਸਿਰ ਰੱਖਣਾ ਹੈ ਨਾ, ਫਿਰ ਬਸ ਇੱਕ ਹਿੰਦ में तीर्थ है यात्रा के लिए, कटाए बाप ने बच्चे जहाँ खुदा के लिए जी। ਡਾਕਟਰ ਦਲਜੀਤ ਸਿੰਘ ਜੀ ਅੱਜ ਸਾਡੇ ਨਾਲ ਨੇ ਤੇ ਅਸੀਂ ਦਸਮ ਪਿਤਾ ਨੂੰ ਯਾਦ ਕਰ ਰਹੇ ਹਾਂ। ਅੱਜ ਉਹਨਾਂ ਦਾ ਆਗਮਨ ਦਿਹਾੜਾ ਮਨਾਇਆ ਜਾ ਰਿਹਾ ਹੈ। ਸਭ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਸਰ, ਬਹੁਤ ਮਿਹਰਬਾਨੀ ਜੀ। ਜਿਸ ਤਰ੍ਹਾਂ ਦੇ ਹਾਲਾਤ ਸਨ ਜਦੋਂ ਗੁਰੂ ਸਾਹਿਬ ਦੀ ਆਮਦ ਹੁੰਦੀ ਹੈ, ਉਹਨਾਂ ਹਾਲਾਤ ਦੇ ਵਿਚਕਾਰ ਇੱਕ ਰੋਸ਼ਨੀ ਦਾ ਆਉਣਾ, ਹਾਲਾਂਕਿ ਇੱਕ ਸਿਲਸਿਲਾ ਚੱਲ ਰਿਹਾ ਸੀ ਸਾਡੀ ਰਵਾਇਤ ਦੇ ਵਿੱਚ, ਤੇ ਥੋੜ੍ਹਾ ਜਿਹਾ ਦੱਸੋ ਕਿ ਉਸ ਵੇਲੇ ਹਾਲਾਤ ਕਿਸ ਤਰ੍ਹਾਂ ਦੇ ਸਨ ਜਦੋਂ ਗੁਰੂ ਸਾਹਿਬ ਦਾ ਆਗਮਨ ਹੁੰਦਾ ਜੀ।
ਉਸ ਸਮੇਂ ਦਾ ਜਿਹੜੇ ਹਾਲਾਤ ਨੇ ਉਹ ਤੇ ਆਪਾਂ ਜਾਣਦੇ ਹਾਂ ਵੀ ਸਾਰੇ ਬਿਲਕੁਲ ਹਨੇਰਾ ਹੀ ਸੀ, ਚਾਰ ਚੁਫੇਰੇ। ਮਹਾਰਾਜ ਜੀ ਦੀ ਸ਼ਖਸੀਅਤ ਦੇ ਨੇ ਕਈ ਪੱਖ ਨੇ, ਜਿਵੇਂ ਆਪਾਂ ਪੜ੍ਹਦੇ ਵਿਚਾਰਦੇ ਹੁੰਦੇ ਹਾਂ, ਇੱਕ ਪੁੱਤਰ ਦੇ ਰੂਪ ਦੇ ਵਿੱਚ, ਪਿਤਾ ਦੇ ਰੂਪ ਦੇ ਵਿੱਚ, ਹੈ ਨਾ, ਗੁਰੂ ਸਾਹਿਬ ਜੀ ਦੇ ਆਪਣੀ ਸ਼ਖਸੀਅਤ ਗੁਰੂ ਦੇ ਰੂਪ ਦੇ ਵਿੱਚ, ਔਰ ਸਾਰੀ ਖਲਕਤ ਦੇ ਪੁਆਇੰਟ ਆਫ ਵਿਊ ਤੋਂ ਵੀ। ਤੋ ਮਹਾਰਾਜ ਜੀ ਦੇ ਬਾਬਤ ਨਾ ਜਦੋਂ ਆਪਾਂ ਕੁਝ ਵੀ ਸ਼ੁਰੂ ਕਰਨਾ ਚਾਹੀਏ ਤੇ ਬਸ ਆਹੀ ਗੱਲ ਧਿਆਨ 'ਚ ਆਉਂਦੀ ਹੈ ਵੀ ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲ, ਹੈ ਨਾ। ਤੋ ਮਹਾਰਾਜ ਕਹਿੰਦੇ ਨੇ ਵੀ ਯਾਹੀ ਕਾਜ ਤਰਾ ਹਮ ਜਨਮੰ, ਸਮਝ ਲੇਹੋ ਸਾਧੂ ਸਭ ਮਨਮੰ, ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਬਨ ਕੋ ਮੂਲ ਉਪਾਰਨ। ਉਹ ਆਪਣਾ ਪਰਪਸ ਸਪਸ਼ਟ ਕਰ ਦਿੰਦੇ ਨੇ, ਹੈ ਨਾ। ਤੋ ਐਸੀ ਸ਼ਖਸੀਅਤ ਨੂੰ ਜਦੋਂ ਉਸ ਸੰਬੰਧ 'ਚ ਜਦੋਂ ਅਸੀਂ ਗੱਲ ਕਰਦੇ ਹੁੰਦੇ ਹਾਂ ਵੀ ਮਹਾਰਾਜ ਜੀ ਦੀ ਸ਼ਖਸੀਅਤ ਬਾਬਤ ਨਾ, ਮੈਨੂੰ ਸਰਦਾਰ ਕਪੂਰ ਸਿੰਘ ਹੋਰਾਂ ਦੀ ਇੱਕ ਟਿੱਪਣੀ ਧਿਆਨ 'ਚ ਆਉਂਦੀ ਹੁੰਦੀ ਹੈ ਵੀ ਉਹ ਕਹਿੰਦੇ ਨੇ ਵੀ ਤੁਸੀਂ ਜਦੋਂ ਕਿਸੇ ਵੱਡੀ ਪੈਗੰਬਰੀ ਸ਼ਖਸੀਅਤ ਨੂੰ ਵੇਖਣਾ, ਵਾਚਣਾ ਜਾਂ ਸਮਝਣਾ ਚਾਹੋ ਤੇ ਐਵੇਂ ਦੀ ਗੱਲ ਹੈ ਵੀ ਜਿਵੇਂ ਤੁਸੀਂ ਬਿਜਲੀ ਦੀ ਤਾਰ ਨੂੰ ਨਾ ਹੱਥ ਪਾ ਲਵੋ ਜੀ, ਵੀ ਉੱਥੇ ਬੰਦਾ ਜਿਹੜਾ ਨਾ ਉਹ ਭਸਮ ਤੇ ਹੋ ਸਕਦਾ ਪਰ ਸਫਲ ਨਹੀਂ ਹੁੰਦਾ ਹੈ ਨਾ। ਤੋ ਉਹਦਾ ਕਾਰਨ ਉਹ ਫਿਰ ਦਿੰਦੇ ਨੇ, ਕਹਿੰਦੇ ਨੇ ਵੀ ਉਹ ਜਿਹੜੇ ਪੁਰਸ਼ੋਤਮ ਗੁਰੂ ਅਵਤਾਰ ਆਪਣੇ ਦਿਵ ਜਲਵੇ ਜਲਾਲ ਦੇ ਰੂਪ ਵਿੱਚ ਅਮਿਤ, ਅਥਾ, ਅਗੋਚਰ, ਮਨ ਬੁੱਧੀ ਦੀ ਪਹੁੰਚ ਤੋਂ ਵਿਮੁਕਤ ਪਰਮ ਈਸ਼ਵਰ ਸੱਤਾ ਨਾਲ ਅਭੇਦ ਹੁੰਦੇ ਹਨ ਅਤੇ ਉਹਨਾਂ ਦੇ ਦਰਸ਼ਨ ਸਿਧਾਂਤ ਦਾ ਵਰਣਨ ਅਸੰਭਵ ਹੈ। ਜਦੋਂ ਇਹ ਗੱਲ, ਇਹ ਟਿੱਪਣੀ ਪੜ੍ਹਦੇ ਨਾ, ਫਿਰ ਧਿਆਨ 'ਚ ਆਉਂਦੀ ਹੈ ਵੀ ਇਹ ਵਾਕਈ ਗੱਲ ਠੀਕ ਹੈ ਵੀ ਜਿਹੜੇ ਅਸੀਂ ਸਧਾਰਨ ਮਤਲਬ ਸੰਸਾਰੀ ਮਨੁੱਖ ਹਾਂ, ਜਾਂ ਤੁਸੀਂ ਬਹੁਤੀ ਵਾਰੀ ਜਿਹੜੀ ਅਕਲ ਬਾਰੇ ਵੀ ਸਿਆਣੇ ਲੋਕ ਹੁੰਦੇ ਆ ਨਾ, ਉਹ ਬਹੁਤੀਆਂ ਚੀਜ਼ਾਂ ਅਕਲ ਦੇ ਪੱਧਰ 'ਤੇ ਵਿਚਾਰਦੇ, ਸਮਝਦੇ ਜਾਂ ਉਹ ਵਿਖਿਆਨ ਦਿੰਦੇ ਹੁੰਦੇ ਨੇ, ਪਰ ਜਿਹੜੀਆਂ ਅਧਿਆਤਮਿਕ ਹਸਤੀਆਂ ਨੇ ਉਹਨਾਂ ਦੇ ਤੱਕ ਪਹੁੰਚਣ ਵਾਸਤੇ ਤੁਹਾਡਾ ਜੇ ਉਵੇਂ ਦਾ ਅਭਿਆਸ ਹੋਵੇ ਫਿਰ ਤੁਸੀਂ ਉਹਨਾਂ ਦੇ ਕੱਦ ਦਾ ਕੁਝ ਨਾ ਕੁਝ ਮਾੜਾ ਮੋਟਾ ਅੰਦਾਜ਼ਾ ਲਾ ਸਕਦੇ ਹੋ। ਇੱਕ ਫਿਰ ਉਹ ਪ੍ਰਮਾਣ ਦਿੰਦੇ ਨੇ, ਆਉਂਦੇ ਨੇ ਵੀ ਸ਼੍ਰੀ ਕ੍ਰਿਸ਼ਨ ਜੀ ਨੂੰ ਨਾ ਅਰਜੁਨ ਕਹਿਣ ਲੱਗਾ ਵੀ ਮਹਾਰਾਜ ਵੀ ਮੈਂ ਤੁਹਾਡੇ ਵਿਰਾਟ ਦਰਸ਼ਨ ਕਰਨੇ ਨੇ, ਵਿਰਾਟ ਰੂਪ ਦੇ ਗੀਤਾ ਦੇ ਵਿੱਚ ਉਹ ਇਨਸੀਡੈਂਟ ਦਾ ਵਰਣਨ ਆ। ਤਾਂ ਸ਼੍ਰੀ ਕ੍ਰਿਸ਼ਨ ਕਹਿੰਦੇ ਵੀ ਮਨ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਮਨੁੱਖੀ ਗਿਆਨ, ਮਨ ਬੁੱਧੀ ਦੀ ਪਹੁੰਚ ਤੋਂ ਪਰਾਂ ਹੁੰਦੀਆਂ ਨੇ, ਹੈ ਨਾ, ਵੀ ਇਸ ਰੂਪ ਦੇ ਵਿੱਚ ਇਹਨੂੰ ਐਵੇਂ ਵੇਖਿਆ ਨਹੀਂ ਜਾ ਸਕਦਾ ਹੁੰਦਾ। ਤੋ ਅਰਜੁਨ ਕਹਿੰਦੇ ਨੇ ਵੀ ਨਹੀਂ ਮੈਂ ਵੇਖਣਾ ਚਾਹੁੰਦਾ। ਤੋ ਸ਼੍ਰੀ ਕ੍ਰਿਸ਼ਨ ਕਹਿੰਦੇ ਨੇ ਵੀ ਫਿਰ ਮੈਂ ਤੈਨੂੰ ਦਿਵ ਚਕਸ਼ੂ ਦੇ ਸਕਦਾ, ਹੈ ਨਾ, ਵੀ ਤੈਨੂੰ ਉਹ ਜੋਤੀ ਦੇ ਦੇਣਾ ਵੀ ਜਿਹਦੇ ਨਾਲ ਵੇਖਿਆ ਜਾ ਸਕਦਾ ਵਿਰਾਟ ਸਰੂਪ, ਨਹੀਂ ਤੇ ਉਹ ਹੈ ਨਹੀਂ। ਹੁਣ ਇਹੀ ਚੀਜ਼ ਜਦੋਂ ਆਪਾਂ ਦੇਖਦੇ ਹਾਂ ਵੀ ਵੱਡੀਆਂ ਹਸਤੀਆਂ ਦੇ ਸੰਬੰਧ ਦੇ ਵਿੱਚ ਜਦੋਂ ਵੀ ਗੱਲ ਚੱਲਦੀ ਹੈ, ਉਦੋਂ ਉਹਨਾਂ ਦੇ ਵਡੱਪਨ ਨੂੰ ਵੇਖਣ ਵਾਸਤੇ ਜਾਂ ਤਾਂ ਤੁਹਾਡੇ 'ਚ ਸ਼ਰਧਾ, ਪ੍ਰੇਮ ਭਾਵਨਾ ਉਨਾ ਵੱਡਾ ਹੋਵੇ ਤਾਂ ਤੁਸੀਂ ਵੇਖ ਸਕੋਗੇ, ਤੇ ਜਾਂ ਫਿਰ ਤੁਸੀਂ ਕੋਈ ਅਧਿਆਤਮਿਕ ਹਸਤੀ ਹੋ, ਔਰ ਅਸੀਂ ਇਹਨਾਂ ਸਾਰੀਆਂ ਕੈਟੇਗਰੀਜ਼ 'ਚੋਂ ਬਾਹਰ ਹਾਂ ਜੀ। ਤੋ ਖੈਰ ਮਹਾਰਾਜ ਕਿਰਪਾ ਕਰਦੇ ਨੇ, ਅਸੀਂ ਉਹਨਾਂ ਦੀ ਗੱਲ ਕਰਦੇ, ਸਿਫਤ ਸਲਾਹ ਸਾਡੇ ਤੋਂ ਕਰਵਾਉਂਦੇ, ਸਰੋਤੇ ਸੁਣਦੇ ਨੇ, ਚੰਗਾ ਲੱਗਦਾ ਹੈ ਨਾ ਸਾਰਿਆਂ ਨੂੰ। ਉਹ ਭਾਈ ਨੰਦ ਲਾਲ ਜੀ ਨੇ ਇੱਕ ਵਾਰੀ ਮਹਾਰਾਜ ਜੀ ਨੂੰ ਕਹਿੰਦੇ ਨੇ ਵੀ ਸੱਚੇ ਪਾਤਸ਼ਾਹ ਵੀ ਜੇ ਤੁਸੀਂ ਇੱਕ ਕਿਰਪਾ ਦ੍ਰਿਸ਼ਟੀ ਮੇਰੇ ਵੱਲ ਕਰ ਦਿਓ ਨਾ, ਵੀ ਉਸ ਨਜ਼ਰ ਨਾਲ ਵੇਖ ਲਓ ਤੇ ਮੈਂ ਆਪਣੀ ਜਾਨ ਕੁਰਬਾਨ ਕਰ ਸਕਦਾ ਤੁਹਾਡੇ ਤੋਂ, ਹੈ ਨਾ, ਮੈਂ ਜਾਨ ਕੁਰਬਾਨ ਕਰ ਦਿਆਂ। ਤੋ ਉਹਨਾਂ ਦਾ ਆਪਣਾ ਹੀ ਜਵਾਬ ਹੈ। ਫਿਰ ਉਹ ਲਿਖਦੇ ਨੇ ਵੀ ਮਹਾਰਾਜ ਅੱਗੋਂ ਜਵਾਬ ਦਿੰਦੇ ਨੇ ਵੀ ਜਿਹੜਾ ਇਸ਼ਕ ਹੈ ਨਾ, ਇਹਦੇ 'ਚ ਸੌਦੇਬਾਜ਼ੀ ਨਹੀਂ ਹੁੰਦੀ ਨੰਦ ਲਾਲ, ਹੈ ਨਾ ਜੀ, ਵੀ ਪਿਆਰ ਦੇ ਵਿੱਚ ਸੌਦੇਬਾਜ਼ੀਆਂ ਨਹੀਂ ਹੁੰਦੀਆਂ ਵੀ ਤੂੰ ਮੈਨੂੰ ਆਹ ਦੇਂਗਾ ਤੇ ਮੈਂ ਤੈਨੂੰ ਆਹ ਦੇ ਦਿਆਂਗਾ। ਉਹ ਮਹਾਰਾਜ ਜੀ ਦਾ ਨਾ ਇੱਕ ਸ਼ਬਦ ਹੈ, ਉਹ ਧਿਆਨ 'ਚ ਆਉਂਦਾ ਹੁੰਦਾ, ਕਹਾਂ ਪਇਓ ਜੋ ਦੋ ਲੋਚਨ ਮੂੰਦ ਕਹਿ ਬੈਠੇ ਹੋ, ਬਕ ਧਿਆਨ ਲਗਾਇਓ, ਨਾਥ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰਲੋਕ ਗਵਾਇਓ, ਬਾਸ ਕੀਓ ਵਿਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਚ ਬਿਤਾਇਓ, ਸਾਚ ਕਹੂੰ ਸੁਣ ਲੇਹੋ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹੁਣ ਤੁਸੀਂ ਮਹਾਰਾਜ ਜੀ ਦੀ ਜਦੋਂ ਸ਼ਖਸੀਅਤ ਇਸ ਰੂਪ 'ਚ ਵੇਖਦੇ ਹੋ, ਹੈ ਨਾ, ਤੇ ਤੁਹਾਨੂੰ ਉਹ ਦਿਸਣਗੇ ਵੀ ਬੜੇ ਜਿਵੇਂ ਪ੍ਰੇਮ ਦਾ ਸਮੁੰਦਰ ਨੇ, ਭਰਿਆ ਪਿਆ ਅੰਦਰ ਸਭ ਕੁਝ, ਹੈ ਨਾ, ਵੀ ਉਹ ਪਰਮਾਤਮਾ ਵੱਲੋਂ ਹੀ। ਔਰ ਦੂਸਰੇ ਪਾਸੇ ਜਦੋਂ ਤੁਸੀਂ ਉਹਨਾਂ ਨੂੰ ਕਿਤੇ ਮੈਦਾਨੇ ਜੰਗ 'ਚ ਵੇਖੋਗੇ, ਉਹਨਾਂ ਦੇ ਜਲਾਲੀ ਸਰੂਪ ਸਾਹਮਣੇ ਕੋਈ ਦੁਨੀਆ ਦੀ ਤਾਕਤ ਖੜ ਨਹੀਂ ਸਕਦੀ। ਚਮਕੌਰ ਦੀ ਗੜੀ ਦੇ ਵਿੱਚੋਂ ਮਹਾਰਾਜ ਇੱਕ ਤੀਰ ਛੱਡਦੇ ਨੇ ਜੀ ਦੁਸ਼ਮਣ ਦੀ ਫੌਜ ਦੇ ਉੱਤੇ, ਤੇ ਉਹ ਨਾ ਜਦੋਂ ਜਾਂਦਾ ਹੈ ਪੂਰੀ ਥਰਰਾ ਜਾਂਦੀ ਹੈ ਸਾਰੀ ਸੈਨਾ। ਤੋ ਭਾਈ ਦਇਆ ਸਿੰਘ ਜੀ, ਉਹ ਇੱਕ ਇਨਸੀਡੈਂਟ ਹੈ ਇਤਿਹਾਸਿਕ, ਭਾਈ ਦਇਆ ਸਿੰਘ ਜੀ ਕਹਿੰਦੇ ਨੇ ਮਹਾਰਾਜ ਕੋਈ 5-10 ਛੱਡ ਦਿਓ ਤੇ ਵਿਹਲਾ ਹੋ ਜਾਏ ਕੰਮ, ਹੈ ਨਾ, ਵੀ ਦੁਸ਼ਮਣ ਫਿਰ ਪਿਛਾਂ ਹਟ ਜੇ, ਵੀ ਉਹਦੇ ਤੋਂ ਖਲਾਸੀ ਹੋ ਜੇ। ਔਰ ਫਿਰ ਉਸ ਗੱਲ ਨੂੰ ਜੋਗੀ ਜੀ ਨੇ, ਹਕੀਮ ਅੱਲਾ ਯਾਰ ਖਾਂ ਜੋਗੀ ਜੀ ਨੇ ਨੋਟ ਕੀਤਾ, ਉਹ ਜਿਵੇਂ ਸਾਡੇ ਇਤਿਹਾਸ 'ਚ ਆਉਂਦਾ, ਉਹ ਕਹਿੰਦੇ ਨੇ ਵੀ ਮਹਾਰਾਜ ਕਹਿੰਦੇ ਨੇ, ਫਿਰ ਜਵਾਬ ਦਿੰਦੇ ਨੇ, ਆਗਿਆ ਹੀ ਨਹੀਂ ਹੈ ਹਮੇ ਰਨ ਕੀ,
वरना मिट्टी तक उड़ा सकते हैं दुश्मन की चमन की, है ना। जी। भी एक गुरु ਦਾ ਪੈਗੰਬਰੀ ਹਸਤੀ ਦਾ ਜਾਂ ਰੱਬੀ ਹਸਤੀ ਦਾ ਧਰਤੀ ਦੇ ਉੱਤੇ ਪਰਮੇਸ਼ਵਰੀ ਅਦਬ ਦੇ ਵਿੱਚ ਵਿਚਰਨਾ ਬਹੁਤ ਵੱਡਾ ਸਿਦਕ ਸਬਰ ਹੁੰਦਾ ਹੈ, ਜਾਂ ਬਹੁਤ ਵੱਡੀ ਡੈਡੀਕੇਸ਼ਨ ਹੁੰਦੀ ਹੈ ਉਹਦੀ ਸ਼ਖਸੀਅਤ ਦੇ ਨਾਲ ਜੁੜੀ ਹੋਈ। ਔਰ ਮਹਾਰਾਜ ਜੀ ਨੂੰ ਜਦੋਂ ਆਪਾਂ ਦੇਖਦੇ ਹਾਂ, ਉਹਨਾਂ ਦਾ ਸਾਰੇ ਚੀਜ਼ਾਂ ਦੇ ਸਾਨੂੰ ਦਰਸ਼ਨ ਹੁੰਦੇ ਆ ਜੀ, ਉਹਨਾਂ ਦੇ ਸਾਰੇ ਜੀਵਨ ਦੇ ਵਿੱਚੋਂ, ਹੈ ਨਾ। ਤੋ ਇੱਕ ਨਾ ਮੈਨੂੰ ਕੁਝ ਜਦੋਂ ਕਈ ਦਿਨਾਂ 'ਚੋਂ ਫਿਰ ਜਿਵੇਂ ਦਾ ਮਾਹੌਲ ਹੋਵੇ ਨਾ, ਥੋੜ੍ਹੀ ਗੱਲ ਧਿਆਨ 'ਚ ਆਉਂਦੀ ਹੁੰਦੀ ਹੈ। ਬਚਪਨ 'ਚ ਨਾ ਇੱਕ ਫੋਟੋ ਲੱਗੀ ਹੁੰਦੀ ਸੀ ਘਰ, ਉਹਦੇ ਵਿੱਚ ਸੀ ਵੀ ਉਹ ਗੰਗਾ ਦੇ ਵਿੱਚ ਨਾ ਮਹਾਰਾਜ ਜੀ ਬਚਪਨ 'ਚ ਨੇ, ਪਰ ਉਹ ਸਾਖੀ ਜਿਹੜਾ ਇਤਿਹਾਸ ਦੇ ਵਿੱਚ ਆਉਂਦੀ ਹੈ ਵੀ ਮਹਾਰਾਜ ਜੀ ਨੂੰ ਕਿਸੇ ਨੇ 2 ਕੰਗਣ ਭੇਟ ਕੀਤੇ ਜੀ। ਤਾਂ ਸੱਚੇ ਪਾਤਸ਼ਾਹ ਖੇਡਦੇ ਖੇਡਦੇ ਉਹਨਾਂ ਨੇ ਨਦੀ ਦੇ ਵਿੱਚ ਇੱਕ ਸੱਟ ਮਾਰਿਆ। ਉਹ ਜਿਨ੍ਹਾਂ ਨੇ ਭੇਟ ਕੀਤੇ ਸੀ ਉਹਨਾਂ ਨੇ ਵੇਖਿਆ ਵੀ ਬਹੁਤ ਕੀਮਤੀ ਚੀਜ਼ ਸੀ ਇਹ, ਤੇ ਇਹਨੇ ਬਈ ਕੰਮ ਖਰਾਬ ਕਰ ਦਿੱਤਾ, ਹੈ ਨਾ। ਸਾਡੀ ਇਹ ਮਤਲਬ ਅਸੀਂ ਸੰਸਾਰੀ ਲੋਕ ਐਵੇਂ ਦੇ ਹਾਂ, ਜਦੋਂ ਕੁਛ ਅਸੀਂ ਅਰਪਣ ਵੀ ਕਰਦੇ ਹਾਂ ਅਸੀਂ ਉਹਦੇ 'ਤੇ ਆਪਣੀ ਹਕੂਮਤ ਨਹੀਂ ਛੱਡਦੇ। ਬਿਲਕੁਲ ਠੀਕ ਹੈ ਗੱਲ ਵੀ ਭਾਵੇਂ ਅਸੀਂ ਗੁਰੂ ਨੂੰ ਵੀ ਅਰਪਣ ਕਰੀਏ, ਉਹ ਭਾਵੇਂ ਸਾਡੀ ਮਨ ਬੁੱਧੀ ਕੁਝ ਵੀ ਹੋਵੇ, ਤਾਂ ਉਹ ਉਸ ਦੀ ਖਬਰ ਉਹ ਘਰ ਪਹੁੰਚ ਗਈ, ਹੈ ਨਾ। ਮਾਤਾ ਜੀ ਕੋਲ ਪਹੁੰਚ ਗਈ ਵੀ ਮਾਤਾ ਜੀ ਉਹਨਾਂ ਨੂੰ ਬਹੁਤ ਕੀਮਤੀ ਕੰਗਣ ਦਿੱਤੇ ਸੀ, ਉਹਨਾਂ ਨੇ ਇੱਕ ਨਦੀ 'ਚ ਸੱਟ ਦਿੱਤਾ। ਮਹਾਰਾਜ ਜੀ ਨੂੰ ਨਾਲ ਲੈ ਕੇ ਗਏ, ਉੱਥੇ ਜਾ ਕੇ ਵੀ ਕਿੱਥੇ ਸੱਟਿਆ, ਹੈ ਨਾ। ਉਹਨਾਂ ਨੇ ਦੂਜਾ ਵੀ ਲਾਇਆ ਤੇ ਉੱਥੇ ਵਗਾ ਮਾਰਿਆ ਜੀ, ਆਂਦੇ ਜੀ ਉੱਥੇ ਸੱਟਿਆ, ਹੈ ਨਾ। ਹੁਣ ਉਹ ਸੀਗਾ ਵੀ ਜਿਹੜਾ ਮਾਇਆਵੀ ਸੰਸਾਰ ਆ, ਇਹਦੇ ਵਿੱਚ ਮਨੁੱਖੀ ਜਿਹੜੀ ਪਕੜ ਹੈ ਉਹ ਪਦਾਰਥ ਦੇ ਨਾਲ, ਹੈ ਨਾ, ਉਹ ਦੁਨਿਆਵੀ ਰਿਲੇਸ਼ਨਸ ਦੇ ਨਾਲ। ਪਰ ਜਿਹੜੀਆਂ ਵੱਡੀਆਂ ਹਸਤੀਆਂ ਨੇ ਉਹਨਾਂ ਦਾ ਕਿਰਦਾਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਤੋਂ ਹੀ ਨਿਰਲੇਪ ਹੁੰਦਾ ਹੈ ਨਾ। ਮਹਾਰਾਜ ਕਹਿੰਦੇ ਨੇ ਵੀ ਚਿਤਨਾ ਭਇਓ ਹਮਰੋ ਆਵਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਜਿਉ ਤਿਉ ਪ੍ਰਭ ਹਮ ਕੋ ਸਮਝਾਇਓ, ਇਮ ਕਹਿ ਕੇ ਇਹ ਲੋਕ ਪਟਾਇਓ। ਵੀ ਜੋ ਪਰਮੇਸ਼ਰ ਨੇ ਮੈਨੂੰ ਹੁਕਮ ਕੀਤਾ, ਮੇਰਾ ਮਨ ਨਹੀਂ ਕਰਦਾ ਵੀ ਮੈਂ ਉੱਥੋਂ ਆਵਾਂ। ਜਦੋਂ ਕੋਈ ਆਨੰਦੀ, ਇਹਨੂੰ ਭਾਈ ਵੀਰ ਸਿੰਘ ਜੀ ਨੇ ਲਿਖਿਆ, ਜਿਹੜਾ ਮਹਾਰਾਜ ਜੀ ਦਾ ਕਲਗੀਧਰ ਜਿਹੜਾ ਉਹਨਾਂ ਨੇ ਲਿਖਿਆ ਨਾ, ਉਹ ਮਹਾਰਾਜ ਜੀ ਦਾ ਇਸ ਸੰਬੰਧ ਦੇ ਵਿੱਚ ਮਹਾਰਾਜ ਜੀ ਦੇ ਬਾਬਤ ਉਹ ਜਦੋਂ ਲਿਖਦੇ ਨਾ, ਉਹ ਕਹਿੰਦੇ ਨੇ ਵੀ ਗੁਰੂ ਮਹਾਰਾਜ ਜੀ ਦਾ ਪਹਿਲਾਂ ਹੀ ਸੰਸਾਰ ਆਉਣ ਤੋਂ ਪਹਿਲਾਂ ਹੀ ਜਿਹੜੀ ਆਤਮਾਵਾਂ ਜਾਂ ਜਿਹੜੀਆਂ ਹਸਤੀਆਂ ਪਰਮੇਸ਼ਵਰੀ ਪ੍ਰੇਮ ਦੇ ਵਿੱਚ ਬਹੁਤ ਲਬਰੇਜ਼ ਹੁੰਦੀਆਂ ਨੇ, ਮੰਨ ਲਓ ਡੁੱਬੀਆਂ, ਤੁਸੀਂ ਸਮਝੋ ਵੀ ਅਭੇਦ ਨੇ ਉਹਦੇ ਵਿੱਚ, ਉਹ ਵਾਕਿਆ ਹੀ ਮਾਇਆਵੀ ਸੰਸਾਰ 'ਚ ਆਉਣਾ ਵੀ ਨਹੀਂ ਚਾਹੁੰਦੇ ਹੁੰਦੇ। ਮਹਾਰਾਜ ਜੀ ਨੇ ਬਚਿੱਤਰ ਨਾਟਕ 'ਚ ਉਹਦਾ ਜ਼ਿਕਰ ਕੀਤਾ ਵੀ ਚਿਤਨਾ ਭਇਓ ਹਮਰੋ ਆਵਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਪ੍ਰਮਾਤਮਾ ਦੇ ਚਰਨਾਂ ਵਿੱਚ ਉਹ ਸੁਰਤ ਜਿਹੜੀ ਇੰਨੀ ਮਤਲਬ ਗਹਿਰੀ ਡੁੱਬੀ ਹੋਈ, ਉਹਦੇ 'ਚ ਜੁੜੀ ਹੋਈ ਹੈ। ਪਰ ਉਹ ਜਦੋਂ ਪਰਮਾਤਮਾ ਹੁਕਮ ਕਰਦਾ, ਫਿਰ ਉਹ ਧਰਤੀ 'ਤੇ ਆਉਂਦੇ ਨੇ। ਧਰਤੀ ਦਾ ਦੁੱਖ ਵੇਖ ਕੇ ਫਿਰ ਉਹਨਾਂ ਦੇ ਅੰਦਰ ਉਸ ਸਾਰੇ ਨੂੰ ਦੂਰ ਕਰਨ ਦਾ ਜਿਹੜਾ ਉਹ ਭਾਵ ਹੁੰਦਾ ਹੈ ਜੀ, ਔਰ ਉਹ ਕਰਦੇ ਵੀ ਨੇ, ਪ੍ਰੇਮ ਵੰਡਦੇ ਨੇ, ਹੈ ਨਾ। ਅਤੇ ਜਿਹੜੇ ਦੋਖੀਆਂ ਨੇ ਉਹਨਾਂ ਦਾ ਸੰਘਾਰ ਕਰਦੇ ਨੇ, ਔਰ ਫਿਰ ਸੰਸਾਰ ਦੇ ਵਿੱਚ ਇੱਕ ਬੜਾ ਕਮਾਲ ਦਾ ਵਰਤਾਰਾ ਜਿਹੜਾ ਪ੍ਰੇਮ ਦਾ, ਉਹ ਵਰਤਾ ਕੇ ਇਸ ਸੰਸਾਰ ਤੋਂ ਅਲੋਪ ਹੋ ਜਾਂਦੇ ਨੇ। ਮਹਾਰਾਜ ਜੀ ਦੇ ਬਾਬਤ ਇੱਕ ਗੱਲ ਹੋਰ ਮੈਂ ਜਿਹੜੀ ਧਿਆਨ 'ਚ ਆਉਂਦੀ ਹੁੰਦੀ ਆ, ਬਹੁਤੀ ਵਾਰੀ ਡਿਸਕਸ਼ਨ ਵੀ ਹੁੰਦੀ ਹੈ ਵੀ 10 ਪਾਤਸ਼ਾਹੀਆਂ ਤੱਕ 10ਵੇਂ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕੀਤੀ, ਸਿੱਖਾਂ ਨੂੰ ਹੁਕਮ ਕਰ ਦਿੱਤਾ, ਹੈ ਨਾ, ਵੀ ਇਹ ਤੁਹਾਡੇ ਹੁਣ ਤੋਂ ਗੁਰੂ ਅਗਵਾਈ ਕਰਨਗੇ। ਹਾਂਜੀ, ਆਮ ਸਾਡੀ ਜਿਹੜੀ ਬੁੱਧੀ ਆ ਉਹ ਇਹ ਖਿਆਲ ਕਰਦੀ ਹੁੰਦੀ ਹੈ ਵੀ ਅਸੀਂ ਵੀ ਇਹ ਕਿਵੇਂ ਮਹਾਰਾਜ ਅਗਾਂਹ ਵੀ ਤੇ ਕਿਸੇ ਨੂੰ ਉਹ ਉਪਾਧੀ ਦੇ ਕੇ ਜਾ ਸਕਦੇ ਨੇ ਨਾ, ਕਿਉਂਕਿ ਕਿਹੜਾ ਗੁਰੂ ਜਾਂ ਪਰਮੇਸ਼ਰ ਦੇ ਘਰ ਦੇ ਵਿੱਚ ਕੋਈ ਐਡੀਆਂ ਹਸਤੀਆਂ ਦਾ ਵੀ ਸ਼ਬਦ ਨੂੰ ਕਿਉਂ ਅਗਵਾਈ ਦੇ ਕੇ ਚਲੇ ਗਏ। ਤੇ ਉਹਦੇ 'ਚ ਇੱਕ ਗੱਲ ਖਿਆਲ ਆਉਂਦੀ ਹੈ ਵੀ ਜਿਹੜਾ ਆਪਣੇ ਵਡੇਰਿਆਂ ਤੋਂ ਜਿਹੜੀ ਗੱਲ ਸਾਨੂੰ ਸਮਝ 'ਚ ਆਉਂਦੀ ਹੁੰਦੀ ਆ, ਜਦੋਂ ਵੀ ਧਰਤੀ ਦੇ ਉੱਤੇ ਮਨੁੱਖੀ ਸਰੀਰ ਦੇਹ ਦੇ ਰੂਪ ਦੇ ਵਿੱਚ ਕਿਸੇ ਵੱਡੀ ਹਸਤੀ ਦੀ ਲੋੜ ਹੁੰਦੀ ਹੈ, ਪਰਮਾਤਮਾ ਉਨੇ ਚਿਰ ਤੱਕ ਹੀ ਉਹਨੂੰ ਅਗਵਾਈ ਦੇ ਕੇ ਧਰਤੀ ਦੇ ਉੱਤੇ ਭੇਜਦਾ ਹੈ। ਔਰ ਇਹ 10ਮ ਪਾਤਸ਼ਾਹ ਜੀ ਦੇ ਸੰਬੰਧ 'ਚ ਜਿਹੜੇ ਸਿੱਖ ਵਿਦਵਾਨ ਨੇ ਉਹਨਾਂ ਦਾ ਇਹ ਕਥਨ ਆ ਵੀ ਉਹ ਪਰਮੇਸ਼ਵਰ ਦੇ ਲਾਸਟ ਪੈਗੰਬਰ ਨੇ ਇਸ ਧਰਤੀ ਦੇ ਉੱਤੇ ਜੀ, ਜਿਨ੍ਹਾਂ ਨੂੰ ਦੇਹ ਰੂਪ ਦੇ ਵਿੱਚ ਪਰਮਾਤਮਾ ਨੇ ਇੱਥੇ ਭੇਜਿਆ। ਉਸ ਤੋਂ ਬਾਅਦ ਉਹਨਾਂ ਨੇ ਇਹਨਾਂ ਦੇ ਜ਼ਰੀਏ, ਕਿਉਂਕਿ ਮਹਾਰਾਜ ਆਪ ਹੀ ਕਹਿੰਦੇ ਨੇ ਵੀ ਜੋ ਰੱਬ ਮੈਨੂੰ ਹੁਕਮ ਕਰਦਾ ਮੈਂ ਉਹੀ ਕਹਿ ਰਿਹਾ, ਉਹੀ ਕਰ ਰਿਹਾ, ਉਹਨਾਂ ਦੇ ਜ਼ਰੀਏ ਉਹਨਾਂ ਨੇ ਸ਼ਬਦ ਨੂੰ ਧਰਤੀ ਦੀ ਸਰਪ੍ਰਸਤੀ ਦਿੱਤੀ ਹੈ, ਮਨੁੱਖਤਾ ਦੀ ਐਵੇਂ ਕਹਿ ਲਈਏ, ਗੁਰਬਾਣੀ ਨੂੰ ਜੀ। ਔਰ ਉਸ ਅਦਬ ਦੇ ਵਿੱਚ ਮਨੁੱਖ ਜੁੜ ਕੇ ਉਹਨਾਂ ਵੱਡੀਆਂ ਹਸਤੀਆਂ ਦੇ ਤੱਕ ਦੇ ਸਫ਼ਰ ਨੂੰ ਉਹ ਤੈਅ ਕਰ ਸਕਦੇ ਨੇ, ਹੈ ਨਾ। ਤਾਂ ਇਸ ਕਰਕੇ ਵੀ ਉਹਦਾ ਇੱਕ ਡਿਸਿਪਲਨ ਆ ਲਾਈਫ ਦਾ, ਵੀ ਜਿਹੜਾ ਦੇਹ ਦੇ ਰੂਪ ਦੇ ਵਿੱਚ ਹੁੰਦਾ ਹੈ ਔਰ ਦੇਹ ਤੋਂ ਮੁਕਤ ਵੀ। ਸ਼ਬਦ ਜੋਤ ਸਰੂਪ ਆ, ਜਿਵੇਂ ਆਪਾਂ ਨੇ 10 ਪਾਤਸ਼ਾਹੀਆਂ ਜੀ ਕੀ ਜੋਤ ਹੀ ਕਹਿੰਦੇ, ਮੈਂ ਜੋਤ ਟਰੈਵਲ ਕਰ ਰਹੀ ਹੈ, ਉਹਦੇ ਵਿੱਚੋਂ ਦੇਹ ਮਾਈਨਸ ਕਰਕੇ ਤੋਂ ਸ਼ਬਦ ਨੂੰ ਉਹ ਪੂਰਨ ਅਥਾਰਟੀ ਦੇ ਕੇ ਸਥਾਪਿਤ ਕਰ ਦਿੱਤਾ।
ਅਸੀਂ ਉਹਦੀ ਸ਼ਰਨ 'ਚ ਰਹਿੰਦੇ ਹਾਂ, ਜਿਹਦੀ ਸ਼ਰਨ ਦੇ ਵਿੱਚ ਗੁਰੂ ਸਾਹਿਬ ਜੀ ਆਪ ਰਹੇ, ਸਾਨੂੰ ਉਹਨਾਂ ਨੇ ਉਹਦੇ ਸ਼ਰਨ 'ਚ ਤੁਰਨ ਦੀ ਅਦਬ ਹੁਕਮ ਕਰ ਦਿੱਤਾ, ਹੈ ਨਾ। ਤੋ ਇਸ ਕਰਕੇ ਮਹਾਰਾਜ ਜੀ ਨੇ ਆਪਣੇ ਲਫ਼ਜ਼ਾਂ ਦੇ ਵਿੱਚ ਲੇਖ ਵੀ ਦਿੱਤਾ, ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰੈ, ਹੈ ਨਾ, ਵੀ ਮੈਨੂੰ ਇਸ ਰੂਪ ਦੇ ਵਿੱਚ ਨਾ ਮੈਂ ਪਰਮਾਤਮਾ ਦਾ ਉਹ ਕਹਿੰਦੇ ਰੂਪ ਨਹੀਂ ਹੈਗਾ, ਵੀ ਮੈਨੂੰ ਉਹ ਉਸ ਤਰ੍ਹਾਂ ਉਸ ਰੂਪ ਦੇ ਵਿੱਚ ਨਾ ਸਵੀਕਾਰ ਕੀਤਾ ਜੇ ਮੈਂ ਤਾਂ ਉਹਦਾ ਮੈਂ ਹੂੰ ਪਰਮ ਪੁਰਖ ਦਾਸ, ਜੀ ਜੀ, ਹੈ ਨਾ। ਦੇਖਣ ਆਇਓ ਜਗਤ ਤਮਾਸ਼ਾ, ਵੀ ਉਹ ਜਗਤ ਦੇ ਤਮਾਸ਼ੇ ਨੂੰ ਵੇਖਣ। ਇੱਥੋਂ ਇੱਕ ਗੱਲ ਹੋਰ ਸਪਸ਼ਟ ਹੋ ਜਾਂਦੀ ਵੀ ਸੰਸਾਰ ਵਾਕਈ ਤਮਾਸ਼ਾ ਜੀ ਵੀ ਕਠਪੁਤਲੀਆਂ ਜਿਵੇਂ ਨੱਚਦੀਆਂ ਨੇ। ਬਿਲਕੁਲ ਠੀਕ ਹੈ। ਇਹ ਕਿਹਾ ਕਿ ਮੈਨੂੰ ਪਰਮਾਤਮਾ ਦੇ ਰੂਪ ਵਿੱਚ ਨਹੀਂ, ਮੈਂ ਤਾਂ ਜਗਤ ਤਮਾਸ਼ਾ ਦੇਖਣ ਆਇਆ ਹੋਇਆ। ਹਾਂਜੀ, ਮਹਾਰਾਜ ਜੀ ਨੇ ਨਾ ਸੰਸਾਰ ਨੂੰ ਫਿਰ ਜਗਤ ਤਮਾਸ਼ੇ ਦੇ ਰੂਪ ਦੇ ਵਿੱਚ ਹੀ ਕਿਹਾ, ਵੀ ਜਿਵੇਂ ਮੰਨ ਲਓ ਕਠਪੁਤਲੀਆਂ ਦਾ ਸੰਸਾਰ ਹੈ, ਡੋਰੀ ਕਿਸੇ ਦੇ ਹੱਥ ਹੈ, ਬਸ ਉਹ ਜਿਵੇਂ ਚਲਾਉਂਦਾ ਉਵੇਂ ਚੱਲ ਰਿਹਾ। ਇਹ ਗੱਲ ਨੂੰ ਜਦੋਂ ਅਸੀਂ ਸਿਰਫ ਪੜ੍ਹਦੇ ਜਾਂ ਸੁਣਦੇ ਹਾਂ ਨਾ, ਤੇ ਬੜੀ ਉਹ ਸੌਖੀ ਜੀ ਲੱਗਦੀ ਹੈ ਜੀ, ਪਰ ਜਦੋਂ ਆਪਾਂ ਕਠਪੁਤਲੀਆਂ ਦੇ ਰੂਪ ਦੇ ਵਿੱਚ ਇੱਥੇ ਵਿਚਰ ਰਹੇ ਹਾਂ, ਪਰ ਤੁਸੀਂ ਕਠਪੁਤਲੀ ਵਾਂਗੂ ਨਹੀਂ, ਤੁਹਾਡੀ ਕੋਈ ਆਪਣੀ ਇੱਕ ਆਇਡੈਂਟੀਟੀ ਜਾਂ ਸ਼ਖਸੀਅਤ ਲੈ ਕੇ ਚੱਲਦੇ ਹਾਂ, ਜਿਹਨੂੰ ਹਉਮੈ ਦਾ ਸੰਸਾਰ ਕਹਿੰਦੇ ਹਾਂ ਆਪਾਂ, ਵੀ ਉਸ ਰੂਪ ਦੇ ਵਿੱਚ ਅਧਿਆਤਮ ਦੀ ਦੁਨੀਆ 'ਚ ਸਮਝਿਆ ਜਾਂਦਾ। ਤੋ ਮਹਾਰਾਜ ਜੀ ਵਰਗੀਆਂ ਜਿਹੜੀਆਂ ਹਸਤੀਆਂ ਨੇ, ਉਹਨਾਂ ਬਾਬਤ ਤੇ ਫਿਰ ਤੁਸੀਂ ਬਸ ਤੁਹਾਡੇ ਸਿਰ ਥੱਲੇ ਨੂੰ ਝੁਕਦੇ ਨੇ, ਹੋਰ ਕੁਝ ਨਹੀਂ। ਸਿਧਾਂਤਕ ਤੌਰ ਤੇ ਵੀ ਜਦੋਂ ਅਸੀਂ ਗੱਲ ਕਰਦੇ ਹਾਂ, ਰਾਮ ਅਵਤਾਰ ਦੇ ਵਿੱਚ ਨਾ ਇੱਕ ਜ਼ਿਕਰ ਹੈ ਮਹਾਰਾਜ ਜੀ ਦਸਮ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ, ਰੋਜ਼ ਉਹ ਦੋਹਰਾ ਆਪਾਂ ਪੜ੍ਹਦੇ ਹਾਂ ਰਹਿਰਾਸ ਸਾਹਿਬ ਜੀ ਦੇ ਵਿੱਚ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਂਖ ਧਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ एक न मान्यो, सिमृत शास्त्र वेद सब बहु भेद कहे हम एक ना जान्यो, श्री असपान कृपा तुमरी कर मैं ना कहियो ਸਭ ਤੋਂ ਇਹ ਬਖਾਨਿਓ। ਸਿਧਾਂਤਕ ਤੌਰ ਤੇ ਮਹਾਰਾਜ ਆਪਣੇ ਤੋਂ ਪਹਿਲਾਂ ਜਿੰਨਾ ਸਟੈਬਲਿਸ਼ ਸ਼ਾਸਤਰ ਗਿਆਨ ਹੈ, ਸਾਹਿਬ ਕਹਿੰਦੇ ਨੇ ਵੀ ਮੈਂ ਕਿਸੇ ਨੂੰ ਫੋਲੋ ਨਹੀਂ ਕਰ ਰਿਹਾ, ਜੀ ਹੈ ਨਾ, ਵੀ ਮੈਨੂੰ ਨਹੀਂ, ਵੀ ਮੈਂ ਉਹਨਾਂ ਦੇ ਦੱਸੇ ਰਾਹ ਤੇ ਨਹੀਂ। ਤੁਸੀਂ ਕਿਹਦੀ ਸ਼ਰਨ ਚੋ? ਤਾਂ ਮਹਾਰਾਜ ਕਹਿੰਦੇ ਸ੍ਰੀ ਅਸਪਾਨ ਕਿਰਪਾ ਤੁਮਰੀ, ਪਰਮਾਤਮਾ, ਬਿਲਕੁਲ ਠੀਕ ਹੈ, ਜਿਹਦੇ ਅਸਪਾਨ, ਜਿਹਦੇ ਹੱਥ 'ਚ ਕਿਰਪਾਨ, ਦੈਟ ਮੀਨਸ ਜਿਹਦੇ ਹੱਥ ਪਾਵਰ ਆ ਜੀ, ਉਹਦੀ ਹੈ ਨਾ। ਤੋ ਦੂਸਰੇ ਪਾਸੇ ਵੇਖੋ, ਜਦੋਂ ਸਿੱਖਾਂ ਨੂੰ ਮਹਾਰਾਜ ਵੇਖਦੇ ਨੇ, ਫਿਰ ਕਹਿੰਦੇ ਨੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਾ, ਨਹੀਂ ਮੋਹ ਸੋ ਗਰੀਬ ਕਰੋੜ ਭਰੇ। ਹੁਣ ਤੁਸੀਂ ਵੇਖੋ ਵੀ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਕਿੰਨੇ ਰੰਗ ਨੇ ਜੀ, ਤੁਹਾਨੂੰ ਹਰ ਪਾਸੇ ਉਹ ਚੀਜ਼ ਪ੍ਰਭਾਵਿਤ ਕਰਦੀ ਹੈ ਮਹਾਰਾਜ ਜੀ ਦੀ, ਹੈ ਨਾ। ਤੋ ਜਦੋਂ ਫਿਰ ਉਹ ਸਾਨੂੰ ਉਪਦੇਸ਼ ਕਰਦੇ ਨੇ ਵੀ ਤੁਸੀਂ ਬਈ ਕਰਨਾ ਕੀ ਹੈ, ਤੋ ਸਾਹਿਬ ਕਹਿੰਦੇ ਨੇ ਦੇਹ ਸ਼ਿਵਾਵਰ ਮੋਹੇ ਇਹ ਹੈ, ਸ਼ੁਭ ਕਰਮਨ ਤੇ ਕਬਹੂ ਨਾ ਡਰੂ, ਹੈ ਨਾ ਡਰੂ ਅਰਸੋਂ ਜਬ ਜਾਏ ਲਰੂ, ਨਿਸ਼ਚੈ ਕਰ ਆਪਣੀ ਜੀਤ ਕਰੂੰ, ਅਰ ਸਿੱਖ ਹੋ ਆਪਣੇ ਹੀ ਮਨ ਕੋ, ਇਹ ਲਾਲਚ ਹੋਂ ਗੁਣ ਤੋ ਉਚਰੋ, ਜਬ ਆਵ ਕੀ ਔਧ ਨਿਧਾਨ ਬਨੈ, ਅਤ ਹੀ ਰਣ ਮੈਂ ਤਬ ਜੂਝ ਮਰੂ। ਹੁਣ ਇੱਕ ਤੇ ਹੋਇਆ ਵੀ ਤੁਸੀਂ ਆਪ ਰਣ ਦੇ ਵਿੱਚ ਜੂਝ ਕੇ ਮਰਨ ਦਾ ਚਾਅ ਰੱਖਦੇ ਹੋ। ਦੂਸਰਾ, ਚਮਕੌਰ ਦੀ ਗੜੀ ਦੇ ਵਿੱਚ ਮਹਾਰਾਜ ਖੜੇ ਨੇ, ਸਾਰਾ ਕੁਝ ਮੈਦਾਨੇ ਜੰਗ 'ਚ ਦੇਖਦੇ ਨੇ, ਹੈ ਨਾ, ਪੁੱਤਰਾਂ ਦੇ ਸ਼ਹੀਦ ਹੋਣ ਨੂੰ। ਆਪਾਂ ਸਾਰੀਆਂ ਜਿਹੜੀਆਂ ਸਾਖੀਆਂ ਨੇ, ਉਹ ਬਾਤਾਂ ਨੇ, ਆਪਾਂ ਸਾਰਿਆਂ ਨੇ ਸੁਣੀਆਂ ਹੋਈਆਂ ਨੇ। ਇੱਕ ਸੁਭਾਵਿਕ ਹੀ ਮਨਾਂ 'ਚ ਖਿਆਲ ਆ ਜਾਂਦਾ ਜੀ, ਆਪਾਂ ਸੰਸਾਰੀ ਲੋਕ ਹਾਂ, ਵੀ ਇਹ ਕਿਵੇਂ ਹੋ ਸਕਦਾ। ਜਿਵੇਂ ਦਲੀਪ ਕੌਰ ਟਿਵਾਣਾ ਜੀ ਨੇ ਨਾ ਇੱਕ ਵਾਰੀ ਕਿਤੇ ਡਾਕਟਰ ਪੰਨੂ ਹਰਾਂ ਦੇ ਨਾਲ ਬੈਠੇ, ਉਹਨਾਂ ਨੇ ਕਿਤੇ ਗੱਲ ਹੋਈ ਹੋਣੀ ਹੈ, ਉਹਨਾਂ ਨੇ ਕਿਹਾ, ਉਹ ਕਹਿੰਦੇ ਵੀ ਮੈਂ ਇਹ ਗੱਲ ਤੇ ਬਿਲੀਵ ਨਹੀਂ ਕਰ ਸਕਦੀ ਵੀ ਕੋਈ ਮਾਂ ਆਪਣੇ 9 ਤੇ 7 ਸਾਲ ਦੇ ਪੋਤਰੇ ਨੂੰ, ਜਾਂ 5 ਸਾਲ ਦੇ ਜਾਂ 9 ਸਾਲ ਦੇ 7 ਸਾਲ ਦੇ ਪੋਤਰੇ ਨੂੰ ਇਹ ਕਹੇ ਵੀ ਤੁਸੀਂ ਮਰਨ ਵਾਸਤੇ ਤਿਆਰ ਕਰੇ, ਹੈ ਨਾ। ਕਹਿੰਦੀ ਵੀ ਮੈਂ ਨਹੀਂ ਸੋਚਦੀ ਵੀ ਕਿਸੇ ਮਾਂ ਦਾ ਹਿਰਦਾ ਐਵੇਂ ਦਾ ਹੋ ਸਕਦਾ। ਵੀ ਹੁਣ ਤੁਸੀਂ ਵੇਖੋ ਵੀ ਅਕਲ ਕਿੱਥੋਂ ਤੱਕ ਚੀਜ਼ਾਂ ਨੂੰ ਸੋਚਦੀ ਹੁੰਦੀ ਹੈ। ਜੀ ਕਿਉਂਕਿ ਦਲੀਪ ਕੌਰ ਟਿਵਾਣਾ ਇੱਕ ਬਹੁਤ ਸਤਿਕਾਰਯੋਗ ਵਿਦਵਾਨ ਸਨ, ਹੈ ਨਾ। ਤੇ ਪਰ ਉਹ ਆਪਣੀ ਜਗ੍ਹਾ ਤੇ ਠੀਕ ਨੇ, ਇਹਨੂੰ ਅਸੀਂ ਐਵੇਂ ਵੇਖਦੇ ਹੁੰਦੇ ਹਾਂ ਵੀ ਉਹ ਆਪਣੀ ਜਗ੍ਹਾ ਤੇ ਠੀਕ ਨੇ, ਕਿਉਂਕਿ ਇਸ ਤੋਂ ਅਗਾਂਹ ਵੀ ਕੋਈ ਦੁਨੀਆ ਹੈਗੀ ਹੈ। ਡਾਕਟਰ ਪੰਨੂ ਨੇ ਉਹਨਾਂ ਨੂੰ ਐਵੇਂ ਲਿਖਿਆ, ਫਿਰ ਉਸ ਬਾਬਤ ਉਹਨਾਂ ਦਾ ਆਪਣਾ ਐਕਸਪੀਰੀਅੰਸ ਉਹ ਲਿਖਦੇ ਨੇ ਛੋਟੇ ਸਾਹਿਬਜ਼ਾਦਿਆਂ ਜੀ ਦੀ ਸ਼ਹਾਦਤ ਦੇ ਸੰਬੰਧ ਦੇ ਵਿੱਚ। ਉਹ ਕਹਿੰਦੇ ਵੀ ਉਹ ਜਦੋਂ ਮਾਵਾਂ ਨੂੰ ਉਹਨਾਂ ਚਸ਼ਮਿਆਂ ਦਾ ਗਿਆਨ ਹੋਵੇ, ਪਤਾ ਹੋਵੇ, ਜਿੱਥੋਂ ਰੂਹਾਂ ਜਾਂ ਉਹ ਧਰਤੀ ਤੇ ਪਵਿੱਤਰ ਬੂੰਦਾਂ ਉਤਰਦੀਆਂ ਨੇ, ਹੈ ਨਾ, ਜਿੱਥੋਂ ਆਉਂਦੀਆਂ ਨੇ, ਜਦੋਂ ਉਹਨਾਂ ਨੂੰ ਉਹਨਾਂ ਦੀ ਪਵਿੱਤਰਤਾ ਦਾ, ਉਹਨਾਂ ਦੇ ਵਡੱਪਨ ਦਾ ਉਹਨਾਂ ਵੱਡਾ ਇਲਮ ਹੋਵੇ, ਤਾਂ ਉਹ ਮਾਵਾਂ ਜਿਹੜੀਆਂ ਨੇ ਫਿਰ ਮਾਇਆਵੀ ਸੰਸਾਰ ਤੋਂ ਮੁਕਤ ਹੁੰਦੀਆਂ ਨੇ, ਉਹਨਾਂ ਰੂਹਾਂ ਨੂੰ ਉਹ ਉੱਥੋਂ ਤੱਕ ਦੇ ਸਫ਼ਰ ਦੇ ਵਿੱਚ ਸਹਾਇਕ ਹੁੰਦੀਆਂ ਨੇ ਵੀ ਤੁਸੀਂ ਜਾਓ, ਕਿਉਂਕਿ ਤੁਸੀਂ ਪੂਰਨਤਾ ਦੀ ਦੁਨੀਆ 'ਚ ਜਾਣਾ ਹੈ।
ਵੀ ਜਿਹੜਾ ਤੁਹਾਡਾ ਮਰਕਜ਼ ਆ ਤੁਸੀਂ ਉੱਥੇ ਜਾਣਾ ਹੈ। ਤਾਂ ਜਦੋਂ ਕੋਈ ਆਪਣੇ ਮਰਕਜ਼ ਵੱਲ ਜਾਊਗਾ ਅਫਸੋਸ ਕਿਉਂ ਹੋਊਗਾ? ਬਿਲਕੁਲ ਜਦੋਂ ਤੁਸੀਂ ਇੰਨੇ ਵੱਡੇ ਹੋ, ਅਸੀਂ ਸਾਰੇ ਸੰਸਾਰੀ ਲੋਕ, ਮੈਨੂੰ ਇੱਕ ਦਿਨ ਬੈਠਿਆਂ ਖਿਆਲ 'ਚ ਆਈ, ਰਿਸ਼ੀ ਸਰ ਵੀ ਆਪਾਂ ਤੇ ਹਾਲੇ ਬੱਚੇ ਜਿਹੇ ਆ ਇਹਨਾਂ ਕੰਮਾਂ 'ਚ, ਤੇ ਵੈਸੇ ਮੇਰੇ ਧਿਆਨ 'ਚ ਆਈ ਗੱਲ ਵੀ ਅਸੀਂ ਸੰਸਾਰੀ ਲੋਕ ਆ। ਤੁਸੀਂ ਇਹ ਸੋਚਿਆ ਵੀ ਤੁਹਾਡਾ ਬੱਚਾ ਡਾਕਟਰ ਬਣੇ, ਹੈ ਨਾ, ਕਿਸੇ ਦਾ ਵੀ ਇੰਜੀਨੀਅਰ ਬਣ ਜਾਏ, ਕਿਸੇ ਦਾ, ਜਿੱਦਣ ਉਹ ਬੱਚਾ ਉਸ ਮਰਕਜ਼ ਤੇ ਪਹੁੰਚ ਜਾਏ ਤੁਹਾਡੀ ਖੁਸ਼ੀ ਦਾ ਕੋਈ ਆਲਮ ਨਹੀਂ ਹੁੰਦਾ, ਹੈ ਨਾ, ਤੁਸੀਂ ਸ਼ੁਕਰਾਨੇ 'ਚ ਜੁੜਦੇ ਹੋ। ਤੋ ਜਿਹੜੀਆਂ ਰੱਬੀ ਰੂਹਾਂ ਨੇ, ਮਾਵਾਂ ਹੋਣ, ਪਿਤਾ ਹੋਏ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਪਿਤਾ ਵੀ ਨੇ, ਮਾਤਾ ਗੁਜਰੀ ਜੀ ਮਾਤਾ ਨੇ, ਹੈ ਨਾ, ਤੋ ਜਦੋਂ ਉਹਨਾਂ ਦੇ ਪੁੱਤਰ ਇਸ ਸੰਸਾਰ ਦੀ ਸਭ ਤੋਂ ਵੱਡੀ ਜਿੱਤ ਪ੍ਰਾਪਤ ਕਰਕੇ ਪਰਮੇਸ਼ਵਰ ਦੇ ਦਰਬਾਰ 'ਚ ਸਿੰਘਾਸਨਾਂ ਤੇ ਜਾ ਬਹਿਣਗੇ, ਤਾਂ ਉਹਨਾਂ ਮਾਵਾਂ ਦੇ ਅੰਦਰ ਦੇ ਜਿਹੜਾ ਚਾਅ ਹੈ, ਜਿਹੜੀ ਖੁਸ਼ੀ ਹੈ, ਜਾਂ ਜਿਹੜਾ ਵਡੱਪਣ, ਉਹਦਾ ਅਸੀਂ ਅੰਦਾਜ਼ਾ ਥੋੜ੍ਹੀ ਲਾ ਸਕਦੇ ਹਾਂ ਵੀ ਉਹ ਕੀ ਹੋਊਗਾ ਨਾ। ਪਰ ਉਹ ਪਤਾ ਉਹਨੂੰ ਹੀ ਹੁੰਦਾ ਜਿਹੜਾ ਉਹਨਾਂ ਵੱਡਾ ਐਕਸਪੀਰੀਅੰਸ ਰੱਖਦਾ, ਹੈ ਨਾ। ਤੋ ਉਸ ਤੋਂ ਉਹ ਡਾਕਟਰ ਪੰਨੂ ਇਹਨੂੰ ਸਮਝਾਉਣ ਵਾਸਤੇ ਐਵੇਂ ਕਹਿੰਦੇ ਹੁੰਦੇ ਨੇ ਵੀ ਇੱਕ ਉਹਨਾਂ ਦੀ ਉਹ ਲੈਂਦੇ ਨੇ ਉਹ ਉਦਾਹਰਨ, ਇਹਦੇ ਵਿੱਚੋਂ ਬੌਧ ਗ੍ਰੰਥਾਂ ਦੇ ਵਿੱਚੋਂ ਉਹਨਾਂ ਨੇ ਉਹਦਾ ਕੋਈ ਇੱਕ ਡਾਇਲੋਗ ਹੈ ਜਿਹੜਾ ਬੌਧ ਗ੍ਰੰਥਾਂ ਦੇ ਵਿੱਚ, ਵੀ ਪਲ ਤੇ ਯੁੱਗ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਜਿਸ ਕਰਮਾਂ ਵਾਲੇ ਪਲ ਨੂੰ ਇਹ ਹਕੀਕਤ ਸਮਝ ਆ ਜਾਏ ਉਹ ਯੁੱਗ ਹੋ ਜਾਂਦਾ, ਤੇ ਜਿਹੜੇ ਯੁੱਗ ਨੂੰ ਕੋਈ ਹਕੀਕਤ ਸਮਝ ਹੀ ਨਾ ਆਏ ਉਹ ਪਲ ਵਾਂਗੂ ਨਸ਼ਟ ਹੋ ਜਾਂਦਾ ਹੁੰਦਾ। ਉਹਨਾਂ ਨੇ ਕਿਹਾ ਵੀ ਛੋਟੇ ਸਾਹਿਬਜ਼ਾਦੇ ਉਹ ਪਲ ਨੇ ਜਿਹੜੇ ਯੁੱਗ ਹੋ ਗਏ, ਹੈ ਨਾ। ਕਈ ਵਾਰੀ ਸਦੀਆਂ ਬੀਤ ਜਾਂਦੀਆਂ ਨੇ। ਹੁਣ ਤੁਹਾਡੇ ਸਾਡੇ ਵਰਗੇ ਸੰਸਾਰ 'ਚ ਪਤਾ ਨਹੀਂ ਕਦੋਂ ਦੇ ਅਸੀਂ ਗੇੜੇ ਕੱਢਦੇ ਫਿਰਨੇ ਆ, ਹਕੀਕਤ ਤੋਂ ਬਿਲਕੁਲ ਮਨੁੱਖ ਸੱਖਣੇ ਨੇ, ਹੈ ਨਾ। ਤੋ ਜਿਨ੍ਹਾਂ ਨੂੰ ਹਕੀਕਤ ਦਾ ਇਲਮ ਹੋ ਜਾਏ ਉਹ ਬਹੁਤ ਵੱਡੇ ਹੋ ਜਾਂਦੇ ਨੇ। ਦੂਸਰਾ ਵੇਖੋ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਸੀਂ ਪੜ੍ਹਦੇ ਹਾਂ ਵੀ ਚਮਕੌਰ ਦੀ ਗੜੀ 'ਚ ਮਹਾਰਾਜ ਸਾਰਾ ਦ੍ਰਿਸ਼ ਵੇਖਦੇ ਨੇ, ਔਰ ਸੱਚੇ ਪਾਤਸ਼ਾਹ ਸਾਹਿਬਜ਼ਾਦੇ ਸਾਹਿਬਾਨ ਜੀ ਨੂੰ ਸ਼ਹੀਦ ਹੁੰਦਿਆਂ ਵੀ ਤੱਕਦੇ ਨੇ। ਜਦੋਂ ਸ਼ਹਾਦਤ ਪ੍ਰਾਪਤ ਹੁੰਦੀ ਹੈ, ਬਾਬਾ ਅਜੀਤ ਸਿੰਘ ਜੀ ਸ਼ਹਾਦਤ ਨੂੰ ਪ੍ਰਾਪਤ ਹੁੰਦੇ ਨੇ, ਮਹਾਰਾਜ ਜੈਕਾਰਾ ਛੱਡਦੇ ਨੇ। ਜਦੋਂ ਜੁਝਾਰ ਸਿੰਘ ਜੀ ਸ਼ਹੀਦ ਹੁੰਦੇ ਨੇ, ਮਹਾਰਾਜ ਜੈਕਾਰਾ ਛੱਡਦੇ ਨੇ। ਸਿੰਘਾਂ ਦੇ ਬਾਬਤ ਵੀ, ਹੈ ਨਾ। ਇੱਕ ਗੁਰੂ, ਇੱਕ ਪਿਤਾ ਆਪਣੇ ਸਾਹਮਣੇ ਸਭ ਕੁਝ ਵਾਪਰਦਾ ਵੇਖ ਕੇ ਇੰਨੇ ਜਲਾਉ 'ਚ ਕਿਉਂ ਹੈ? ਅਕਲ ਵੀ ਕਿਤੇ ਕਦੀ ਕਦੀ ਸੋਚ ਵੀ ਲਓ ਜੇ ਆਪਾਂ। ਫਿਰ ਵੀ ਉੱਥੇ ਵੀ ਗੱਲ ਇੱਕ ਦਿਨ ਧਿਆਨ 'ਚ ਆਈ ਵੀ ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਾਣਦੇ ਨੇ ਵੀ ਇਹ ਰੂਹਾਂ ਕਿਹੜੀਆਂ ਨੇ, ਤੇ ਇਹ ਹੁਣ ਕਿਹੜੇ ਸੰਸਾਰ 'ਚ ਕਿੱਥੇ ਚੱਲੀਆਂ ਨੇ। ਇਹਨਾਂ ਨੇ ਕੀ ਜਿਹੜਾ ਐਫਰਟ ਆ ਉਹਨੂੰ ਫੁੱਲਫਿਲ ਕੀਤਾ, ਹੈ ਨਾ, ਵੀ ਕੀ ਕੀਤਾ, ਇਹ ਉਹਨਾਂ ਨੂੰ ਇਲਮ ਆ। ਦੂਸਰਾ, ਜਿਹੜੇ ਉਹ ਗੁਰੂ ਸਾਹਿਬ ਜੀ ਤੋਂ ਅਸੀਸ ਲੈ ਕੇ ਉਹਨਾਂ ਦੇ ਪੁੱਤਰ ਜਾਂ ਸਿੰਘ ਜਾ ਰਹੇ ਨੇ, ਹੈ ਨਾ, ਮੈਦਾਨੇ ਜੰਗ ਦੇ ਵਿੱਚ, ਇੱਕ ਉਹਨਾਂ ਨੂੰ ਪਤਾ ਹੈ ਵੀ ਅਸੀਂ ਕਿਹੜੇ ਕੰਮ ਵਾਸਤੇ ਜਾ ਰਹੇ ਹਾਂ। ਹੁਣ ਇਹਦੇ ਤੋਂ ਜਿਹੜਾ ਆਮ ਸੰਸਾਰੀ ਲੋਕ ਨੇ ਉਹ ਇਸ ਤੋਂ ਜਾਂ ਤੇ ਸੱਖਣੇ ਨੇ, ਜਾਂ ਹਾਲੇ ਉਹਨਾਂ ਦੀ ਉਹ ਪਹੁੰਚ ਹੀ ਨਹੀਂ, ਜਾਂ ਓਡੀ ਵੱਡੀ ਡੈਡੀਕੇਸ਼ਨ ਨਹੀਂ ਹੈਗੀ। ਇਸ ਕਰਕੇ ਜਦੋਂ ਗੁਰੂ ਪਿਤਾ ਆਪਣੇ ਬੱਚਿਆਂ ਨੂੰ ਉਹ ਮਰਕਜ਼, ਉਹ ਸਿਖਰ ਸਰ ਕਰਦਿਆਂ ਤੱਕਦੇ ਨੇ, ਉਹਨਾਂ ਦੇ ਅੰਦਰ ਦੀ ਚੜ੍ਹਦੀ ਕਲਾ, ਜਿਹੜੀ ਸਹਿਜਤਾ ਹੈ, ਜਾਂ ਜਿਹੜਾ ਵਡੱਪਨ ਆ, ਉਹ ਉੱਥੇ ਫਿਰ ਉਸ ਖਾਲਸੇ ਦੇ ਜੈਕਾਰੇ ਦੇ ਰੂਪ ਦੇ ਵਿੱਚ ਪ੍ਰਗਟ ਹੁੰਦਾ। ਸੁਭਾਵਿਕ ਤੌਰ 'ਤੇ ਅਸੀਂ ਸੰਸਾਰੀ ਹਾਂ ਜੀ, ਜਦੋਂ ਕੋਈ ਬਹੁਤ ਵੱਡੀ ਖੁਸ਼ੀ ਸਾਨੂੰ ਪ੍ਰਾਪਤ ਹੋਏ ਆਪਾਂ ਵੀ ਜੈਕਾਰੇ ਛੱਡਣ ਲੱਗ ਜਾਂਦੇ, ਹੈ ਨਾ, ਹੁੰਦਾ ਨਾ ਕਈ ਵਾਰੀ ਵੀ ਚੜ੍ਹਦੀ ਕਲਾ ਦਾ ਪ੍ਰਤੀਕ। ਤਾਂ ਇਹਦਾ ਮਤਲਬ ਜਦੋਂ ਕੋਈ ਰੂਹ ਜਾਂ ਸ਼ਖਸੀਅਤ ਅੰਦਰੋਂ ਕਿਤੇ ਬਹੁਤ ਵੱਡੇ ਵਿਕਾਸ 'ਚ ਚਲੀ ਜਾਏ, ਉਦੋਂ ਅੰਦਰੋਂ ਫਿਰ ਜੈਕਾਰਾ ਨਿਕਲਦਾ। ਔਰ ਮਹਾਰਾਜ ਜੀ ਆਪਣੇ ਪੁੱਤਰਾਂ ਨੂੰ ਵੇਖ ਕੇ, ਆਪਣੇ ਸਿੱਖਾਂ ਨੂੰ ਵੇਖ ਕੇ, ਉਹਨਾਂ ਦੇ ਅੰਦਰ ਉਹ ਜਲਾਲ ਜਿਹੜਾ ਉਸ ਸਮੇਂ ਇੰਨਾ ਪ੍ਰਭਾਵੀ ਹੁੰਦਾ ਵੀ ਮਹਾਰਾਜ ਜੈਕਾਰਾ ਛੱਡਦੇ ਨੇ। ਇਸ ਕਰਕੇ ਮਤਲਬ ਉਹਨਾਂ ਵੱਡੀਆਂ ਚੀਜ਼ਾਂ ਨੂੰ ਸਮਝਣ ਵਾਸਤੇ ਮਨੁੱਖ ਦੇ ਅੰਦਰ ਜਾਂ ਤੇ ਅਕਲ ਵੀ ਜੇ ਤੇ ਉਹਦੇ ਸਰਪ੍ਰਸਤੀ ਹੇਠ ਚੱਲਦੀ ਹੋਵੇ ਜੀ, ਫਿਰ ਕੁਝ ਤੁਸੀਂ ਉਹਦੀਆਂ ਰਿਫਲੈਕਸ਼ਨਸ ਆਉਂਦੀਆਂ ਨੇ ਧਿਆਨ 'ਚ। ਨਹੀਂ ਤਾਂ ਬੰਦਾ ਬਸ ਉਂਝ ਹੀ ਮੋਟੇ ਜਿਹੇ ਅੰਦਾਜ਼ੇ ਲਾਈ ਜਾਂਦਾ, ਜਿਵੇਂ ਬੰਜਰ ਦੇ ਵਿੱਚ ਤੁਸੀਂ ਤੁਰੇ ਫਿਰੋ, ਵੀਰਾਨ ਦੇ ਵਿੱਚ ਰੇਤੀ ਦੇ। ਹਾਂਜੀ, ਅਸੀਂ ਮਹਾਰਾਜ ਜੀ ਦੀ ਸ਼ਖਸੀਅਤ ਦੇ ਵੱਖ-ਵੱਖ ਰੰਗਾਂ 'ਤੇ ਗੱਲ ਕਰ ਰਹੇ ਹਾਂ ਵੀ ਉਹ ਮਹਾਰਾਜ ਜੀ ਦੇ ਤੁਸੀਂ ਕਿਸੇ ਵੀ ਪਾਸੇ ਉਹ ਵੇਖੋਗੇ, ਕਦੀ ਤੁਹਾਨੂੰ ਉਹ ਇੱਕ ਪਿਤਾ ਦੇ ਰੂਪ ਦੇ ਵਿੱਚ, ਗੁਰੂ ਦੇ ਰੂਪ ਦੇ ਵਿੱਚ, ਜਰਨੈਲ ਦੇ ਰੂਪ ਦੇ ਵਿੱਚ ਨਜ਼ਰ ਆਉਣਗੇ ਜੀ। ਤੇ ਉਹਨਾਂ ਦਾ ਉਹ ਸਾਰਾ ਕੁਝ ਜਿਹੜਾ ਹੈ ਉਹ ਬਸ ਐਵੇਂ ਕਹੋ ਵੀ ਰੱਬੀ ਅਦਬ 'ਚ ਹੀ ਹੈ, ਉਦੋਂ ਬਾਹਰ ਕੁਝ ਨਹੀਂ, ਹੈ ਨਾ। ਤੇ ਮਹਾਰਾਜ ਜੀ ਦੀ ਨਾ ਜਿਹੜੇ ਬੋਲ ਨੇ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਹੈ, ਉਹਦੇ 'ਚ ਆਪਾਂ ਬਹੁਤੀ ਵਾਰੀ ਸਾਡੇ ਜਿਹੜੇ ਨਾ ਅਸੀਂ ਵੇਖਣ ਦਾ ਨਜ਼ਰੀਆ ਐਵੇਂ ਹੁੰਦਾ ਵੀ ਮਹਾਰਾਜ ਜੀ ਦਾ ਤੇ ਫਿਰ ਸਿਰਫ ਜੰਗਾਂ ਯੁੱਧਾਂ 'ਚ ਹੀ ਹਿਸਾਬ ਕਿਤਾਬ ਰਿਹਾ, ਹੈ ਨਾ ਜੀ। ਵੀ ਜਾਂ ਤੁਸੀਂ ਉਹਨਾਂ ਨੂੰ ਸ਼ਮਸ਼ੀਰ ਫੜੀ ਵੇਖਦੇ ਹੋ, ਬੁਰਾ ਅੱਖਾਂ ਪੂਰੀਆਂ ਉਹਨਾਂ ਦੀਆਂ ਜਲਾਲ 'ਚ ਦੇਖਦੇ ਹੋ, ਆਪਾਂ ਬਹੁਤਾ ਯੁੱਧ ਵਰਣਨ ਦੇਖਦੇ ਹਾਂ, ਹੈ ਨਾ ਜੀ। ਤੁਸੀਂ ਉਹਨਾਂ ਦੇ ਜਦੋਂ ਅਧਿਆਤਮਿਕ ਅਨੁਭਵ ਨੂੰ ਦੇਖੋਗੇ, ਹੈ ਨਾ, ਵੀ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ, ਉਦੋਂ ਵੀ ਤੁਸੀਂ ਆਸ਼ਾਸ਼ੀ ਕਰ ਪਾਓਗੇ ਵੀ ਜੇ ਤੁਸੀਂ ਸਾਧੂ ਵੀ ਹੋ ਨਾ,
ਇੱਕ ਤੇ ਹੋਇਆ ਨਾ ਵੀ ਜਦੋਂ ਤੁਸੀਂ ਲੜਾਕੇ ਹੁੰਦੇ ਹੋ, ਜਰਨੈਲ ਲੜਨਾ ਵੀ ਹੈ ਨਾ ਮੈਦਾਨੀ ਜੰਗ ਦੇ ਵਿੱਚ, ਬਿਲਕੁਲ ਉਹ ਸਾਰਾ ਕੁਝ ਹੀ ਤੁਹਾਨੂੰ ਮਹਾਰਾਜ ਜੀ ਦੀ ਸ਼ਖਸੀਅਤ ਦੇ ਵਿੱਚੋਂ ਲੱਭਦਾ ਹੈ। ਔਰ ਅਧਿਆਤਮ ਦੀਆਂ ਵੀ ਸਿਖਰੀ ਅਨੁਭਵ। सच्चे पातशाह जी दे बोलने में से जैसे एक आग ते कनूका कोट आग उठै, न्यारे न्यारे होए के फिर आग में मिलाहेंगे। ਮਨੁੱਖੀ ਜੀਵਨ ਦੀ ਹਕੀਕਤ ਪਰਮਾਤਮਾ ਦੇ ਵਿੱਚ ਮਰਜ ਹੋਣ ਦੀਆਂ ਜਿਹੜੀਆਂ ਰੂਹਾਂ ਦਾ ਇੱਕ ਅਧਿਆਤਮਿਕ ਪ੍ਰੋਸੈਸ ਹੈ। ਜੈਸੇ ਇੱਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੁਕਾ ਫਿਰ ਧੂਰ ਹੀ ਸਮਾहेंगे। जैसे एक नद ते तरंग कोट उपजत है, पान के तरंग सब पान ही कहाँ हैंगे। जैसे विश्व रूप ते अपूत भूत प्रगट होए, ताही ते उपज सब है ਤਾਂ ਹੀ ਮੈਂ ਸਮਾਹਾਂਗੇ। ਹੁਣ ਮਹਾਰਾਜ ਵੇਖੋ ਸੰਸਾਰ ਦੀ ਸਾਰੀ ਰਚਨਾ ਦਾ ਜਿਹੜਾ ਪ੍ਰੋਸੈਸ ਹੈ ਉਹ ਇਹਨਾਂ 4 ਪੰਕਤੀਆਂ ਦੇ ਇੱਕ ਛੰਦ ਉਹਦੇ ਵਿੱਚ ਪਦੇ ਦੇ ਵਿੱਚ ਪੂਰਾ ਕਰ ਦਿੰਦੇ ਨੇ। ਔਰ ਉਹਨੂੰ ਮਹਾਰਾਜ ਕਹਿੰਦੇ ਨੇ ਜਿਵੇਂ ਅੱਗ ਦੇ ਵਿੱਚੋਂ ਉੱਠਦੇ ਨੇ ਚੰਗਿਆੜੇ। ਹੁਣ ਫਿਰ ਉਹ ਜਿਹੜੀ ਚੰਗਿਆੜਿਆਂ ਦੀ ਅੱਗ ਹੁੰਦੀ ਹੈ ਉਹ ਫਿਰ ਉਹਦੇ ਵਿੱਚ ਅੱਗ ਦੇ ਵਿੱਚ ਆ ਕੇ ਸਮਾ ਗਏ। ਜੀ ਜਿਵੇਂ ਧੂੜ ਜਿਹੜੀ ਉਹ ਧਰਤੀ ਤੋਂ ਉੱਠੀ ਆਕਾਸ਼ ਨੂੰ ਚੜੀ, ਫਿਰ ਉਹ ਧੂੜ ਦੇ ਕਣ ਜਿਹੜੇ ਨੇ ਉਹ ਧਰਤੀ ਤੇ ਆ ਗਏ ਨਾ। ਜੈਸੇ ਜਿਵੇਂ ਹੁਣ ਮਹਾਰਾਜ ਕਹਿੰਦੇ ਨੇ ਵੀ ਨਦੀ ਦੇ ਵਿੱਚੋਂ ਪਾਣੀ ਦੀਆਂ ਤਰੰਗਾਂ ਉੱਠਦੀਆਂ ਨੇ, ਉਹ ਫਿਰ ਉਹਦੇ ਵਿੱਚ ਸਮਾ ਜਾਂਦੀਆਂ ਨੇ, ਹਨਾ। ਸੰਸਾਰ ਇਸ ਰੂਪ ਦੇ ਵਿੱਚ ਜਿੱਥੋਂ ਜਿਹੜੀ ਆਪਾਂ ਅੱਗੇ ਗੱਲ ਕਰ ਰਹੇ ਸੀ ਰਿਸ਼ੀ ਜੀ, ਵੀ ਸੰਸਾਰ ਜਿਹੜਾ ਉਹਨੂੰ ਮਹਾਰਾਜ ਜਗਤ ਤਮਾਸ਼ਾ ਕਹਿੰਦੇ ਨੇ, ਵੀ ਪਰਮਾਤਮਾ ਦੀ ਖੇਡ। ਤਮਾਸ਼ਾ ਮੀਨਸ ਖੇਡ, ਵੀ ਜਿਹੜੀ ਪਰਮਾਤਮਾ ਨੇ ਇੱਕ ਖੇਡ ਰਚੀ ਹੋਈ ਹੈ ਔਰ ਉਹ ਹੈ ਸਭ ਕੁਝ ਸਥਿਰ ਹੀ, ਬਸ ਉਹਦੇ ਵਿੱਚ ਇੱਕ ਉਹ ਹਰਕਤ ਕਰਦਾ ਪਰਮਾਤਮਾ ਔਰ ਬਹੁਤ ਕੁਝ ਸਿਰਜ ਦਿੰਦਾ ਹੈ। ਔਰ ਸਾਹਿਬ ਇਹਨੂੰ ਐਵੇਂ ਕਹਿੰਦੇ ਨੇ, ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਦਰ ਸਭ ਹੂੰ। ਵੀ ਪਰਮਾਤਮਾ ਆਪਣੀ ਮੌਜ ਦੇ ਵਿੱਚ ਸਭ ਕੁਝ ਸੰਸਾਰ ਸਿਰਜ ਦਿੰਦਾ ਬੇਅੰਤ ਤਰ੍ਹਾਂ ਦਾ, ਔਰ ਫਿਰ ਜਦੋਂ ਆਪਣੀ ਮੌਜ ਦੇ ਵਿੱਚ ਹੀ ਉਹਨੂੰ ਸਮੇਟ ਦਿੰਦਾ। ਮਨੁੱਖ ਜਿਹੜਾ ਅਸੀਂ ਆ ਸੰਸਾਰੀ ਲੋਕ, ਹੈ ਨਾ, ਅਸੀਂ ਉਹਦੇ ਵਿੱਚ ਉਵੇਂ ਹੀ ਉਹਨੂੰ ਹਕੀਕਤ ਮੰਨ ਕੇ ਅਨੁਭਵ ਕਰ ਰਹੇ ਹੁੰਦੇ। ਜਿਵੇਂ ਰਿਲੇਸ਼ਨਸ ਦੇ ਵਿੱਚ ਵੀ ਬਹੁਤੀ ਵਾਰੀ ਅਸੀਂ ਐਵੇਂ ਸੁਣਿਆ ਇਮੋਸ਼ਨਲੀ, ਜਦੋਂ ਆਪਾਂ ਕਦੀ ਵਿਖਿਆਨ ਸੁਣਦੇ ਹਾਂ ਵੀ ਪਿਤਾ ਦੇ ਸਾਹਮਣੇ ਪੁੱਤਰ ਉਹ ਮੈਦਾਨੇ ਜੰਗ ਦੇ ਵਿੱਚ ਉਹਨਾਂ ਨੂੰ ਘਾਵ ਲੱਗ ਰਹੇ ਨੇ, ਤੀਰ ਲੱਗ ਰਹੇ ਨੇ, ਵੀ ਅਸੀਂ ਕਿਵੇਂ ਫੀਲ ਕਰਦੇ ਹੋਵਾਂਗੇ। ਬਹੁਤ ਵਾਰੀ ਹੁੰਦਾ ਨਾ ਸੰਗਤ 'ਚ ਆਪਾਂ ਸੁਣਦੇ ਹੁੰਦੇ ਹਾਂ। ਪਰ ਜਦੋਂ ਤੁਸੀਂ ਇਸ ਲੇਅਰ ਦੇ ਵਿੱਚ ਵਿਚਰ ਰਹੇ ਹੁੰਦੇ ਹੋ, ਜਿਹੜੀ ਗੁਰੂ ਨੇ ਬਖਸ਼ਿਸ਼ ਕਰਕੇ ਅਧਿਆਤਮ ਦੀ ਜਾਂ ਰੱਬੀ ਪਿਆਰ ਦੀ ਖੇਡ ਦੱਸੀ ਹੈ ਉਹਦੇ ਵਿੱਚ, ਉਦੋਂ ਫਿਰ ਮਨੁੱਖ ਇਸ ਅਹਿਸਾਸ ਤੋਂ ਉੱਪਰ ਉੱਠ ਜਾਂਦਾ ਹੈ ਨਾ, ਵੀ ਉਹ ਵੱਡੇ ਅਨੁਭਵ ਦੇ ਵੱਡੀ ਦੁਨੀਆ ਦੇ ਵਿੱਚ ਚਲਾ ਜਾਂਦਾ। ਅਤੇ ਜਦੋਂ ਉੱਥੇ ਜਾਂਦਾ ਫਿਰ ਉਹਨੂੰ ਉਹ ਹਕੀਕਤ ਦਾ ਇਲਮ ਹੁੰਦਾ ਵੀ ਇਹਨਾਂ ਰਿਲੇਸ਼ਨਸ ਦੇ ਮੀਨਿੰਗ ਦੀ ਕੀ ਨੇ। ਇੱਕ ਇਹਦੇ 'ਚ ਐਵੇਂ ਸੀ, ਮੇਰੇ ਧਿਆਨ 'ਚ ਇੱਕ ਵਾਰੀ ਆਈ ਗੱਲ, ਗੀਤਾ 'ਚ ਜ਼ਿਕਰ ਹੈ ਜੀ ਉਹਦਾ। ਇੱਕ ਵਾਰੀ ਅਰਜੁਨ ਜਿਹੜੇ ਨੇ ਨਾ ਉਹ ਬੜਾ ਖਹਿੜੇ ਪੈ ਗਏ ਜੀ, ਵੀ ਅਭਿਮਨਿਊ ਜਦੋਂ ਚੱਕਰਵਿਊਹ ਦੇ ਵਿੱਚ ਉਹ ਫਸ ਗਏ ਤੇ ਉਹ ਬਾਅਦ 'ਚ ਸ਼ਹੀਦ ਹੋ ਗਿਆ ਨਾ, ਉਹ ਵੀ ਉਹਦੇ 'ਚੋਂ ਮਾਰੇ ਗਏ। ਤੋ ਸ਼੍ਰੀ ਕ੍ਰਿਸ਼ਨ ਉਹਨਾਂ ਨੂੰ ਸਮਝਾ ਰਹੇ ਨੇ ਵੀ ਇਹ ਸਾਰਾ ਮਾਇਆ ਵੀ ਸੰਸਾਰ ਆ। ਅਰਜੁਨ ਦੀ ਇਹ ਸਮਝ ਨਹੀਂ ਆ ਰਿਹਾ। ਆਪਾਂ ਤੁਸੀਂ ਵੀ ਗੀਤਾ ਨੂੰ ਜਾਣਦੇ ਹੋ, ਉਹਨਾਂ ਨੂੰ ਬਹੁਤ ਲੰਮੇ ਸਮੇਂ ਇਹ ਗੱਲ ਸਮਝ ਨਹੀਂ ਆ ਰਹੀ। ਤਾਂ ਸ਼੍ਰੀ ਕ੍ਰਿਸ਼ਨ ਆਂਦੇ ਨੇ ਵੀ ਤੇਰੀ ਕੀ ਇੱਛਾ, ਹੁਣ ਕੀ ਚਾਹੁੰਦਾ ਤੂੰ? ਉਹ ਕਹਿੰਦਾ ਮੈਂ ਅਭਿਮਨਿਊ ਨੂੰ ਮਿਲਣਾ ਹੈ, ਵੀ ਮੇਰਾ ਪੁੱਤਰ ਆਓ। ਤਾਂ ਸ਼੍ਰੀ ਕ੍ਰਿਸ਼ਨ ਆਂਦੇ ਨੇ ਚੱਲ ਫਿਰ ਜੇ ਸੰਸਾਰ 'ਚੋਂ ਨਾ ਤੂੰ ਉੱਥੇ ਜਾ। ਭੇਜਦੇ ਨੇ ਉਹਨੂੰ। ਉੱਥੇ ਜਾ ਕੇ ਅਭਿਮਨਿਊ, ਜਿਵੇਂ ਹੁਣ ਉਹ ਸਟੋਰੀ ਰੂਪ 'ਚ ਆ ਵੀ ਉੱਥੇ ਅਭਿਮਨਿਊ ਨੂੰ ਅਰਜੁਨ ਦੇਖਦੇ ਨੇ ਤੇ ਉਹਦੇ ਵੱਲ ਜਾਂਦੇ ਨੇ। ਅਭਿਮਨਿਊ ਬਿਲਕੁਲ ਵੀ ਉਹਨਾਂ ਨੂੰ ਵੇਖਦਾ ਨਹੀਂ ਨਾ, ਉਹਨੂੰ ਕੋਈ ਫੀਲ ਹੁੰਦਾ ਹੈ ਕੁਝ ਵੀ, ਹੈ ਨਾ, ਐਵੇਂ ਦਾ। ਤੋ ਅਰਜੁਨ ਪਾਸਾ ਵੱਟ ਕੇ ਲੰਘਦੇ ਨੇ, ਅਭਿਮਨਿਊ ਦੇ ਉਹ ਅੱਗੇ ਜਾ ਕੇ ਖਲੋਂਦਾ, ਹੈ ਨਾ, ਬਾਰ ਐਵੇਂ ਕਰਦਾ। ਤੋ ਅਰਜੁਨ ਅੱਕ ਕੇ ਕਹਿ ਦਿੰਦਾ ਵੀ ਅਭਿਮਨਿਊ ਵੀ ਮੈਂ ਤੇਰਾ ਪਿਤਾ ਵਾਂ। ਅਭਿਮਨਿਊ ਕਹਿੰਦੇ ਨੇ ਵੀ ਤੂੰ ਕਿਹੜਾ ਮੇਰਾ ਪਿਤਾ ਹੈ? ਨਾ ਕਿ ਮੈਂ ਅਰਜੁਨ, ਵੀ ਤੂੰ ਇਸ ਯੁੱਗ ਦੇ ਵਿੱਚ ਉਹ ਗੱਲਾਂ ਕਰਦਾ। ਉਹ ਅਭਿਮਨਿਊ ਬਿਲਕੁਲ ਤਵੱਜੋ ਨਹੀਂ ਦਿੰਦਾ। ਅੰਤ ਨੂੰ ਉਹ ਕਹਿੰਦਾ ਵੀ ਤੂੰ ਮੇਰਾ ਪੁੱਤਰ ਹੈ। ਤੋ ਅਭਿਮਨਿਊ ਇਸ ਗੱਲ ਨੂੰ ਫਿਰ ਸਮਝ ਜਾਂਦਾ। ਉਹ ਕਹਿੰਦਾ ਅੱਗੋਂ ਵੀ ਪਤਾ ਨਹੀਂ ਕਿੰਨੇ ਜਨਮਾਂ 'ਚ ਤੂੰ ਮੇਰਾ ਪੁੱਤਰ ਰਿਹਾ, ਮੈਂ ਤੇਰਾ ਪਿਓ ਰਿਹਾ। ਬਿਲਕੁਲ ਠੀਕ। ਇਹ ਸਿਲਸਿਲਾ ਉਹ ਮਾਤ ਲੋਕ 'ਚ ਸੀ ਜੀ। ਉਹ ਤੋਂ ਬਾਹਰ ਦੀ ਜਿਹੜੀ ਲੇਅਰ ਆ ਉੱਥੇ ਇਹ ਚੀਜ਼ਾਂ ਮਾਇਨੇ ਨਹੀਂ ਰੱਖਣੀਆਂ। ਹੁਣ ਤੁਸੀਂ ਇਹਨੂੰ ਦੂਸਰੇ ਪਾਸੇ ਐਵੇਂ ਵੇਖੋ ਰਿਸ਼ੀ ਸਰ, ਵੀ ਕਈ ਵਾਰੀ ਮਨ 'ਚ ਖਿਆਲ ਆਉਂਦਾ ਉਹੀ ਚੀਜ਼ ਦੁਨੀਆ ਦੇ ਜਿਹੜਾ ਦੁਆਪਰ ਯੁੱਗ ਦਾ ਸਭ ਤੋਂ ਵੱਡਾ ਧੁਰੰਧਰ ਆ ਜੀ, ਜਿਹੜੀ ਉਹਨੂੰ ਸਮਝ ਨਹੀਂ ਆਈ। ਰੱਬ ਉਹਦੇ ਅੰਗ ਸੰਗ ਤੁਰਿਆ ਫਿਰਦਾ ਸ਼੍ਰੀ ਕ੍ਰਿਸ਼ਨ ਜੀ ਦੇ ਰੂਪ 'ਚ, ਉਹਨਾਂ ਦੇ ਮਿੱਤਰ ਨੇ, ਸਖਾ ਨੇ, ਹੈ ਨਾ। ਬਿਲਕੁਲ। ਉਹ ਹੁਣ ਜਦੋਂ ਮਹਾਰਾਜ ਜੀ ਦਾ ਯੁੱਗ ਆ, ਹੈ ਨਾ, 10ਮ ਪਾਤਸ਼ਾਹ ਜੀ ਦਾ ਯੁੱਗ ਆ, ਉਸ ਯੁੱਗ ਦੇ ਵਿੱਚ ਗੁਰੂ ਪਿਤਾ ਆਪਣੇ ਸਾਹਮਣੇ ਸਭ ਕੁਝ ਵਾਪਰਦਾ ਵੇਖਦੇ ਨੇ।
ਪਰ ਉਹ ਚੜ੍ਹਦੀ ਕਲਾ 'ਚ ਨੇ, ਹੈ ਨਾ। ਉਸ ਅਨੁਭਵ ਨੂੰ ਜਿਹੜਾ ਇਸ ਮਾਤ ਲੋਕ ਤੋਂ ਬਾਹਰ ਆ, ਉਹਨੂੰ ਪਹਿਲਾਂ ਹੀ ਤੁਹਾਡੇ ਅੰਦਰ ਪਰਮਾਤਮਾ ਦੀ ਬਖਸ਼ਿਸ਼ ਨਾਲ ਉਹ ਟਿਕਿਆ ਹੋਇਆ ਕਿੰਨਾ ਵੱਡਾ। ਹੁਣ ਤੁਸੀਂ ਉਹਦੇ ਤੋਂ ਸ਼ਖਸੀਅਤ ਦਾ ਅੰਦਾਜ਼ਾ ਲਾ ਸਕਦੇ ਹੋ। ਹਰ ਯੁੱਗ ਦੀ ਆਪਣੀ ਇੱਕ ਮਰਿਆਦਾ ਹੈ, ਹਰ ਸ਼ਖਸੀਅਤ ਦਾ ਆਪਣਾ ਇੱਕ ਔਰਾ ਹੁੰਦਾ ਹੈ ਨਾ, ਵੀ ਉਹਦੀ ਇੱਕ ਪਹੁੰਚ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਐਵੇਂ ਲੱਗਦਾ ਵੀ ਸਾਰਿਆਂ ਤੋਂ ਬਿਯੋਂਡ ਨੇ, ਹੈ ਨਾ ਜੀ। ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਤਾਹੀ ਤੇ ਉਪਜ ਸਭੈ ਤਾਹੀ ਮੈਂ ਸਮਾਹਾਂਗੀ। ਜਦੋਂ ਇਸ ਹਕੀਕਤ ਦੇ ਨਾਲ ਮਨੁੱਖ ਰੂਬਰੂ ਹੁੰਦਾ, ਫਿਰ ਉਹ ਵਾਕਈ ਜ਼ਿੰਦਗੀ ਨੂੰ ਜਾਂ ਆਪਣੀ ਲਾਈਫ ਨੂੰ ਉਹਨੇ ਰੱਬੀ ਰਸ ਦੇ ਵਿੱਚ ਜਿਉਂਦਾ ਹੈ। ਦੂਜੀ ਗੱਲ ਵੇਖੋ, ਇੱਕ ਵਾਰੀ ਮਹਾਤਮਾ ਗਾਂਧੀ ਨੇ ਕਹਿ ਦਿੱਤਾ, ਕਿਉਂਕਿ ਮਹਾਤਮਾ ਕੋਈ ਕਿਤੋਂ ਵੀ ਆਏ ਨਾ ਜੀ, ਉਹ ਦੂਸਰੇ ਮਹਾਤਮਾ ਨੂੰ ਪਹਿਚਾਣ ਲੈਂਦਾ। ਬਿਲਕੁਲ ਠੀਕ ਹੈ, ਇਹ ਪਹਿਲੀ ਕੰਡੀਸ਼ਨ ਹੁੰਦੀ ਹੈ। ਸੰਤ ਭਾਵੇਂ ਉਹ ਹਿੰਦੂ ਹੋਵੇ ਜੀ, ਮੁਸਲਮਾਨ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਕੋਈ ਹੋਵੇ, ਜਦੋਂ ਸੰਤ ਨੂੰ ਵੇਖੇਗਾ ਉਹਨੂੰ ਪਹਿਚਾਣ ਲਏਗਾ। ਜੀ ਜੀ ਜੀ। ਜਿਹਨੂੰ ਗੁਰੂ ਮਹਾਰਾਜ ਜੀ ਦੀ ਸ਼ਖਸੀਅਤ ਏਡੀ ਵੱਡੀ ਨਜ਼ਰ ਨਹੀਂ ਨਾ ਆਈ, ਮੈਂ ਉਹਨੂੰ ਮਹਾਤਮਾ, ਫਿਰ ਮੇਰੀ ਅਕਲ ਨੇ ਐਵੇਂ ਆਖਿਆ ਵੀ ਐਵੇਂ ਮਹਾਤਮਾ ਹੋ ਨਹੀਂ ਸਕਦੇ। ਖੈਰ ਉਹਨਾਂ ਨੇ ਉਦੋਂ ਗੱਲ ਕਹੀ ਵੀ ਮਹਾਰਾਜ ਜੀ ਨੂੰ ਕਿਹਾ ਨਾ ਵੀ ਗੁਰੂ ਗੋਬਿੰਦ ਸਿੰਘ ਜੀ ਰਹਿਬਰ ਨੇ, ਹੈ ਨਾ ਵੀ ਉਹ। ਤਾਂ ਡਾਕਟਰ ਗੰਡਾ ਸਿੰਘ ਜੀ ਹਰਾਂ ਨੇ ਉਹਨਾਂ ਦਾ ਜਵਾਬ ਦਿੱਤਾ ਸੀ। ਉਹਨਾਂ ਨੂੰ ਜਾ ਕੇ ਮਿਲੇ ਜੀ ਗਾਂਧੀ ਨਗਰ ਜੀ, ਗੱਲ ਕੀਤੀ। ਉਹ ਕਹਿੰਦੇ ਜੀ ਤੁਸੀਂ ਮਹਾਤਮਾ ਹੋ, ਵੀ ਕਿੰਨੀ ਵੱਡੀ ਗੱਲ ਤੁਸੀਂ ਕਹਿਤੀ, ਵੀ ਤੁਸੀਂ ਸੋਚਿਆ ਨਹੀਂ। ਤ੍ਰੇਤਾ ਯੁੱਗ ਦੇ ਵਿੱਚ ਸ਼੍ਰੀ ਰਾਮ ਚੰਦਰ ਜੀ ਧਨੁਸ਼ ਬਾਣ ਲੈ ਕੇ ਆਪ ਸਾਰੀ ਅਗਵਾਈ ਕਰਦੇ ਨੇ ਆਪਣੀ। ਦੁਆਪਰ ਯੁੱਗ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਉਹ ਸੁਦਰਸ਼ਨ ਚੱਕਰ ਲਈ ਫਿਰਦੇ ਨੇ, ਹੈ ਨਾ, ਸਾਰੀ ਅਗਵਾਈ ਕਰਦੇ ਨੇ। ਉਹ ਹੁਣ ਅਵਤਾਰੀ ਪੁਰਖਾਂ ਦੀ ਗੱਲ ਹੈ। ਫਿਰ ਕਹਿੰਦੇ ਨੇ ਭਗਵਾਨ ਪਰਸ਼ੂਰਾਮ ਜੀ ਨੇ, ਹੈ ਨਾ, ਉਹ ਕੁਹਾੜਾ ਚੁੱਕੀ ਫਿਰਦੇ ਨੇ। ਵੀ ਮਹਾਤਮਾ ਤੈਨੂੰ ਉਹ ਨਹੀਂ ਦਿਸੇ ਵੀ ਤੁਸੀਂ ਮਤਲਬ ਬਿਲਕੁਲ ਠੀਕ। ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਮਸ਼ੀਰ ਦਿਸ ਜਾਂਦੀ ਹੈ। ਮਹਾਰਾਜ ਕੀ ਕਹਿੰਦੇ ਨੇ ਵੀ ਕਿਉਂ ਚੁੱਕੀ ਜੀ? ਬਾਲਾਚਾਰਗੀ ਧਰਮਿਆ ਆਮਦਮ ਬਾ ਤਦਬੀਰੋ ਤੀਰੋ ਤੁਫੰਗ ਆਮਦਮ ਚੁੰਕਾਰ ਅਜ਼ ਹਮ ਹੈ ਹੀਲਤੇ ਦਰਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸ। ਹੁਣ ਦਸਮ ਪਾਤਸ਼ਾਹ ਜੀ ਨੇ ਜਵਾਬ ਦਿੱਤਾ ਵੀ ਮੈਂ ਜਦੋਂ ਸਾਰੇ ਸਾਧਨ ਸਾਰੇ ਪਾਸਿਓਂ ਹੋ ਗਏ ਨਾ, ਵੀ ਹੁਣ ਕੋਈ ਚਾਰਾ ਚੱਲਣਾ ਨਹੀਂ, ਫਿਰ ਕਹਿੰਦੇ ਨੇ ਵੀ ਆਪਾਂ ਫਿਰ ਚੱਕ ਲਈ ਪਈ। ਉਹ ਸ਼੍ਰੀ ਸਾਹਿਬ ਨੂੰ ਪਾਇਆ ਹੱਥ, ਹੈ ਨਾ। ਤਾਂ ਜਦੋਂ ਧਰਤੀ ਦੇ ਉੱਤੇ ਏਡੀ ਵੱਡੀ ਸ਼ਖਸੀਅਤ ਸ਼ਮਸ਼ੀਰ ਚੁੱਕੇ ਨਾ ਜੀ, ਉਦੋਂ ਫਿਰ ਦੁਸ਼ਟਾਂ ਦਾ ਸੰਘਾਰ ਹੁੰਦਾ। ਸੱਚੇ ਪਾਤਸ਼ਾਹ ਜੀ ਦੇ ਆਪਣੀ ਬਚਨ ਨੇ ਜੀ ਇਸ ਬਾਬਤ। ਬਚਿੱਤਰ ਨਾਟਕ ਦੇ ਵਿੱਚ ਖਗ ਖੰਡ ਬਿਹੰਡੰ ਖਲਲ ਖੰਡੰ ਅਤੀ ਰਣਮੰਡਮ ਬਾਰ ਬੰਡੰ ਪੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਪਾਨ ਪ੍ਰਭਮ ਸੁਖ ਸੰਤਾ ਕਰਣੰ ਦੁਰਮਤ ਦਰਣੰ ਕਿਲ ਵਿਖ ਹਰਣੰ ਅਸਰਣੰ ਜੈ ਜੈ ਜਗ ਕਾਰਨ ਸ੍ਰਿਸ਼ਟਿ ਵਾਰਨ ਮਮ ਪ੍ਰਤਪਾਰਨ ਜੈ ਤੇਗੰ ਜੈ ਤੇਗੰ ਜੈ ਤੇਗੰ, ਹੈ ਨਾ। ਵੀ ਇਹ ਵੇਖੋ ਤੁਸੀਂ ਮਹਾਰਾਜ ਜੀ ਦੀ, ਕਿਉਂਕਿ ਸੱਚੇ ਪਾਤਸ਼ਾਹ ਜੇ ਤੁਸੀਂ ਫਿਲਾਸਫਰਾਂ ਦੀ ਦੁਨੀਆ 'ਚ ਆ ਜਾਓ ਨਾ ਜੀ, ਉਹ ਫਿਲਾਸਫਰ ਵੀ ਝੋਟੀ ਰਹੇ ਨੇ। ਕਿਸੇ ਵੀ ਯੁੱਗ ਦਾ ਫਿਲਾਸਫਰ ਉਹਨਾਂ ਦਾ ਪਾਣੀ ਤੇ ਭਰ ਸਕਦਾ ਹੈ, ਬਰਾਬਰ ਕਿਤੇ ਨਹੀਂ ਬਹਿ ਸਕਦਾ, ਹੈ ਨਾ, ਵੀ ਉਹਦੇ 'ਚ ਉਨੀ ਕੋਈ ਸਮਰੱਥਾ ਨਹੀਂ। ਮੈਂ ਇਹਦੇ 'ਚ ਐਵੇਂ ਵੇਖਦਾ ਹੁੰਦਾ ਵੀ ਸੰਸਕ੍ਰਿਤ ਦੇ ਸਭ ਤੋਂ ਚੋਟੀ ਦੇ ਵਿਦਵਾਨ ਨੇ ਭਾਈ ਨੰਦ ਲਾਲ ਜੀ ਆਪਣੇ ਸਮੇਂ ਦੇ ਵਿੱਚ ਜੀ। ਰਾਜਸੀ ਸਿਸਟਮ ਦੇ ਵਿੱਚੋਂ ਆਏ ਨੇ ਜੀ, ਉਹ ਕੋਈ ਸ਼ਖਸੀਅਤ ਛੋਟੀ ਜੀ ਨਹੀਂ ਹੈਗੇ, ਹੈ ਨਾ। ਬਿਲਕੁਲ ਠੀਕ। ਗੁਰੂ ਮਹਾਰਾਜ ਜੀ ਦੀ ਸ਼ਰਨ 'ਚ ਆ ਕੇ ਮਹਾਰਾਜ ਜੀ ਦੇ ਮਤਲਬ ਜਿੱਥੇ ਲੰਗਰ ਚੱਲਦਾ ਨਾ, ਭਾਂਡੇ ਮਾਂਜਦੇ। ਸਹੀ। ਮਹਾਰਾਜ ਜੀ ਕੋਲ 52 ਕਵੀਆਂ ਦਾ ਜ਼ਿਕਰ ਆਪਾਂ ਆਮ ਹੀ ਵੇਖਦੇ ਹਾਂ ਵੀ ਸ਼ਿਖਰ ਤੇ ਨੇ, ਵੀ ਉਹਨਾਂ ਦਾ ਪੂਰਾ ਉਹ ਰਿਹਾ ਹੈ। ਤੋ ਜਦੋਂ ਇੰਨੀਆਂ ਵੱਡੀਆਂ, ਮੈਨੂੰ ਭਾਈ ਨੰਦ ਲਾਲ ਜੀ ਦੇ ਉੱਤੇ ਨਾ ਮੈਂ ਜੀ ਉਹਨਾਂ ਨੂੰ ਸਲੂਟ ਕਰਦਾ ਹੁੰਦਾ, ਮਨ 'ਚ ਧਿਆਨ ਹੁੰਦਾ ਹੈ। ਕਿਉਂਕਿ ਅਕਲ ਜਿਹੜੀ ਹੈ ਨਾ, ਜਦੋਂ ਜਿਵੇਂ ਜਿਵੇਂ ਵੱਧਦੀ ਜਾਏ ਨਾ ਜੀ ਤੁਹਾਡੇ ਕੋਲ ਗਿਆਨ ਦਾ, ਆਪਾਂ ਮੂਰਖ ਹੁੰਦੇ ਜਾਂਦੇ ਹਾਂ ਬਹੁਤ ਹੱਦ ਤੱਕ। ਨਹੀਂ, ਸੱਚੀ ਗੱਲ ਹੈ ਜੀ। ਅਧਿਆਤਮ ਦੇ ਮਾਮਲੇ 'ਚ ਰਿਸ਼ੀ ਸਰ ਇਹ ਸੱਚ ਹੈ ਜੀ। ਇਹ ਜਿਵੇਂ ਮੈਨੂੰ ਤੁਸੀਂ ਸਮਝੋ ਵੀ ਬਾਲ ਮੇਰੀ ਅਕਲ ਆ, ਐਵੇਂ ਸਮਝ ਆਈ, ਹੈ ਨਾ। ਵੀ ਜੇ ਉਸ ਅਕਲ ਦੇ ਵਿੱਚ ਪਰਮਾਤਮਾ ਦਾ ਪ੍ਰੇਮ ਆ ਰਿਹਾ ਨਾ, ਤੁਹਾਨੂੰ ਗੁਰੂ ਸਮਝ ਆਉਣ ਲੱਗ ਗਏ, ਗੁਰੂ ਤੁਹਾਨੂੰ ਅਨੁਭਵ ਹੋਣ ਲੱਗ ਗਿਆ, ਰੱਬ ਦੇ ਨਾਲ ਤੁਹਾਡਾ ਪਿਆਰ ਵੱਧਦਾ ਹੈ, ਸਮਝੋ ਵੀ ਤੁਸੀਂ ਫਿਰ ਤੁਹਾਡੇ ਵਰਗਾ ਕੋਈ ਵਿਦਵਾਨ ਜੰਮਿਆ ਨਹੀਂ। ਭਾਈ ਨੰਦ ਲਾਲ ਜੀ ਮੈਨੂੰ ਉਵੇਂ ਦੇ ਲੱਗਦੇ ਨੇ, ਹੈ ਨਾ। ਵੀ ਇੰਨਾ ਵੱਡਾ ਸਤਿਕਾਰ ਰਾਜਸੀ ਸਿਸਟਮ ਦੇ ਵਿੱਚੋਂ ਆਉਂਦੇ ਨੇ, ਇੰਨੇ ਸ਼ਾਸਤਰਾਂ ਦਾ ਗਿਆਨ, ਹੈ ਨਾ। ਗੁਰੂ ਮਹਾਰਾਜ ਜੀ ਦੀ ਹਜ਼ੂਰੀ 'ਚ ਆ ਕੇ ਵੀ ਸੱਚੇ ਪਾਤਸ਼ਾਹ ਤੇਰੇ ਦਰ ਤੇ ਭਾਂਡੇ ਮਾਂਜਣੇ ਮਨਜ਼ੂਰ, ਹੈ ਨਾ। ਬਿਲਕੁਲ ਠੀਕ। ਵੀ ਚੰਗਾ ਲੱਗਦਾ। ਕਾਰਨ ਕੀ ਹੈ? ਉਹ ਕਹਿੰਦੇ ਵੀ ਅੰਦਰ ਰੂਹ ਨੂੰ ਸਕੂਨ ਮਿਲਦਾ, ਵੀ ਉਹ ਕਿਤੇ ਨਾ ਕਿਤੇ ਸਥਿਰ ਹੁੰਦੀ ਹੈ। ਤਾਂ ਐਸੀ ਉੱਥੇ ਉਹ ਸਲਿਊਟੇਬਲ ਹੈ ਜੀ, ਉਹ ਨਮਸਕਾਰ ਕਰਨ ਯੋਗ। ਇਸ ਕਰਕੇ ਉਹ ਵੱਡੇ ਹੋ ਜਾਂਦੇ ਨੇ, ਹੈ ਨਾ। ਫਿਰ ਉਹ ਗੁਰੂ ਸਾਹਿਬ ਜੀ ਦੀ ਨਜ਼ਰੇ ਕਰਮ ਦੇ ਪਾਤਰ ਬਣਦੇ ਨੇ। ਉਹ ਫਿਰ ਵਿਦਵਾਨ ਨਹੀਂ ਰਹਿ ਜਾਂਦੇ, ਫਿਰ ਸੰਤ ਹੋ ਜਾਂਦੇ ਨੇ। ਅੱਛਾ, ਮਹਾਰਾਜ ਜੀ ਨਾ ਪ੍ਰੇਮ ਹਰ ਦੇ ਨਾਲ ਹੀ ਕਮਾਲ ਦਾ। ਮੈਨੂੰ ਆ ਪੰਕਤੀਆਂ ਬਹੁਤ ਧਿਆਨ 'ਚ ਆਉਂਦੀਆਂ ਹੁੰਦੀਆਂ ਨੇ ਜੀ ਜੋਗੀ ਜੀ ਦੀਆਂ।
ਹਕੀਮ ਅੱਲਾ ਯਾਰ ਖਾਂ ਜੋਗੀ, ਆਪਾਂ ਨੂੰ ਉਹਨਾਂ ਨੂੰ ਵੀ ਨਮਸਕਾਰ ਕਰਨੀ ਬਣਦੀ ਹੈ, ਹਰ ਚਾਹੀਦੀ ਹੈ ਜੀ। ਉਹ ਕਹਿੰਦੇ ਨੇ ਵੀ ਮਹਾਰਾਜ ਜੀ ਦਾ ਆਪਣੇ ਸਿੱਖਾਂ ਪ੍ਰਤੀ ਪਿਆਰ ਵੇਖੋ ਬੜੇ ਕਮਾਲ ਦਾ। ਚਮਕੌਰ ਦੀ ਗੜੀ ਦੇ ਵਿੱਚ ਚੂਮਾ ਕਭੀ ਹਲਕੂਮ ਦਹਿਨ ਚੂਮਨੇ ਬੈਠੇ, ਜਬ ਪਾਇਤੀ ਆਏ ਜਬ ਪਾਇਤੀ ਆਏ ਤੋਂ ਚਰਨ ਚੂਮਨੇ ਬੈਠੇ। ਹੁਣ ਤੱਕ ਜਿੰਨੀਆਂ ਕੋ ਆਪਾਂ ਸ਼ਸਤਰਾਂ ਦਾ ਅਧਿਐਨ ਕੀਤਾ ਨਾ, ਸ਼ਾਸਤਰਾਂ ਦਾ ਵੀ ਪੜ੍ਹੇ ਪੁੜੇ ਜਿਹੜੀਆਂ ਕਿਤਾਬਾਂ 4 ਜੀ, ਉਹਦੇ 'ਚ ਮੈਂ ਕਿਸੇ ਪੈਗੰਬਰ ਨੂੰ ਕਦੀ ਨਹੀਂ ਵੇਖਿਆ ਵੀ ਉਹਨੇ ਆਪਣੇ ਸਿੱਖ ਸੇਵਕਾਂ ਦੇ ਪੈਰਾਂ ਤੇ ਆਪਣਾ ਸੀਸ ਰੱਖ ਦਿੱਤਾ। ਬਿਲਕੁਲ ਠੀਕ ਹੈ, ਇਹ ਕਿਤੇ ਨਹੀਂ ਵੇਖਣ ਨੂੰ ਮਿਲੇਗਾ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਖਸੀਅਤ ਐਡੀ ਵੱਡੀ ਹੈ ਜੀ, ਜਦੋਂ ਤੁਸੀਂ ਉਹਨਾਂ ਨੂੰ ਕਿਸੇ ਐਂਗਲ ਤੋਂ ਜਦੋਂ ਤੁਸੀਂ ਤੱਕੋਗੇ, ਤੁਹਾਡਾ ਸਰੀਰ ਜਿਹੜਾ ਨਾ, ਜਾਂ ਤੁਹਾਡਾ ਸਿਰ ਜਿਹੜਾ ਨਾ ਜੀ, ਉਹਨਾਂ ਦੇ ਚਰਨਾਂ 'ਚ ਆਪਣੇ ਆਪ ਚਲਾ ਜਾਂਦਾ ਹੈ। ਸਿੱਖਾਂ ਨੂੰ ਉਹਨਾਂ ਦੇ ਮੱਥੇ ਵੀ ਚੁੰਮੇ, ਤੇ ਜਦੋਂ ਉਹਨਾਂ ਦੇ ਪੈਰਾਂ ਵੱਲ ਆਏ ਫਿਰ ਉਹਨਾਂ ਨੇ ਉਹਨਾਂ ਦੇ ਪੈਰ ਵੀ ਚੁੰਮੇ। ਤਾਂ ਹੀ ਉਹਨਾਂ ਦੇ ਬਾਰੇ ਲਿਖਿਆ ਗਿਆ ਨਾ ਵੀ ਜੇ ਕਿਸੇ ਨੇ ਭਾਈ ਹਿੰਦ ਦੇ ਵਿੱਚ ਕਿਸੇ ਸਰਜ਼ਮੀਨ ਤੇ ਜਾ ਕੇ ਸਿਰ ਰੱਖਣਾ ਹੈ ਨਾ, ਫਿਰ ਬਸ ਇੱਕ ਹਿੰਦ में तीर्थ है यात्रा के लिए, कटाए बाप ने बच्चे जहाँ खुदा के लिए। ਜੀ ਸਰ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ। ਅੱਜ ਦੀ ਇਸ ਗੱਲਬਾਤ ਲਈ ਅਸੀਂ ਗੁਰੂ ਸਾਹਿਬ ਨੂੰ ਯਾਦ ਕਰ ਸਕੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਸਰ ਤੁਹਾਡਾ ਵੀ, ਸਰੋਤਿਆਂ ਦਾ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।